ਉਹ ਤਾਂ ਕਹਿੰਦੇ ਬਸ ਢੱਡੇ ਸਾਨੂੰ ਲੱਗਾ ਆ, ਬਾਕੀਆਂ ਨੂੰ ਤਾਂ ਲੱਗਾ ਹੀ ਨਹੀਂ। ਬਸ 10-10 ਲੱਖ ਰੁਪਈਆ ਲੈ ਕੇ ਕਹਿ ਰਹੇ ਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਸਾਨੂੰ 5 ਲੱਖ ਦੇਣ, ਅਸੀਂ ਕਰਾਂਗੇ, ਆਪਣੇ ਭਰਾਵਾਂ ਦੀ ਸੇਵਾ ਕਰਾਂਗੇ। ਜੇ ਇਨਸਾਨੀਅਤ ਨਹੀਂ ਹੈਗੀ ਫਿਰ ਸੁਰਾਂ ਤੋਂ ਕਿਸੇ ਨੇ ਕੁਝ ਨਹੀਂ ਲੈਣਾ। ਬਿਲਕੁਲ। ਆਟਾ ਦਾਲ ਰਾਸ਼ਨ ਸਕੀਮਾਂ ਸਾਡੀਆਂ ਭਾਵੇਂ ਬੰਦ ਕਰ ਦਿਓ, ਸਾਨੂੰ ਸਾਡਾ ਕੰਮ ਦਿਓ ਜਾਂ ਕੋਈ ਆਰਥਿਕ ਪੈਕੇਜ ਦਿਓ। ਵੀ ਉਹ ਆਪਣੇ ਆਪ 'ਚ ਬਸ ਤੁਸੀਂ ਪ੍ਰਧਾਨ ਹੈ ਜੀ, ਉਹਨਾਂ ਨੂੰ ਆਪਣੇ ਆਪ ਹੀ ਉਹ ਪ੍ਰਧਾਨਗੀ ਚੁਣ ਲੈਂਦੇ ਜੀ ਆਪਣੇ ਆਪ। ਔਰ ਹੁਣ ਇੱਕ ਹੋਰ ਪ੍ਰਧਾਨ ਨਵੇਂ ਆ ਰਹੇ ਨੇ, ਉਹ ਪਤਾ ਨਹੀਂ ਕਿਹਨੇ ਲਾਇਆ ਪੰਜਾਬ 'ਚ ਉਹਨਾਂ ਨੂੰ ਪ੍ਰਧਾਨ, ਹਾਕਮ ਬਖਤੜੀ ਵਾਲਾ। ਅੱਜ ਉਹ ਜੀ ਖਾਨ ਕਿੱਥੇ ਆ, ਅੱਜ ਐਫ ਖਾਨ ਕਿੱਥੇ ਆ? ਮਾਸਟਰ ਸਲੀਮ ਜੀ ਨੇ ਸਟੇਜ ਤੇ ਗਿਆ ਸੀ, ਜੋ ਖਾਨ ਪਤਾ ਨਹੀਂ ਕਿਹੜਾ ਬਣਿਆ ਫਿਰਦਾ, ਆ ਕਿਹੜਾ ਬਣਿਆ ਫਿਰਦਾ। ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਇਹ ਉਹ ਜੋ ਖਾਨ ਆ ਜਿਹਨੇ 100 ਪਰਿਵਾਰਾਂ ਨੂੰ ਨਹੀਂ ਰਾਸ਼ਨ ਪ੍ਰੋਵਾਈਡ ਕਰਾਇਆ। ਤੇ ਉਹਨਾਂ ਨੂੰ ਵੀ ਥੋੜੀ ਅਕਲ ਕਰਨੀ ਚਾਹੀਦੀ ਹੈ ਨਾ। ਆਸ਼ਰਮ 'ਚ ਬੈਠਾ ਆ, ਕੋਈ ਰੋਡਾਂ ਤੇ ਰੁਲਦਾ ਪਿਆ ਹੈ ਨਾ, ਉਹ ਏਡੀ ਕੀ ਗੱਲ ਹੈ ਸਾਡੀ। ਜੇ ਉਹ ਗੱਲ ਕਰਨ ਉਹ ਏਡੀ ਬਣ ਜਾਣੀ ਆ। ਸਾਨੂੰ ਨਹੀਂ ਲੱਗਦਾ ਵੀ ਤੁਸੀਂ ਸਾਡੀ ਬਾਹ ਫੜੋ, ਸਾਨੂੰ ਰਾਸ਼ਨ ਦਿਓ, ਪੈਸੇ ਦਿਓ, ਨਹੀਂ ਚਾਹੀਦੇ। ਪਰ ਤੇ ਆ ਗਏ ਜੀ ਮੁਹੰਮਦ ਸਦੀਕ ਸਾਹਿਬ, ਜਿਨ੍ਹਾਂ ਨੂੰ ਸਾਡੇ ਬਹੁਤ ਸਾਰੇ ਲੋਕੀ ਬਾਬੇ ਬੋੜ ਦੇ ਨਾਂ ਨਾਲ ਵੀ, ਉਹ ਬਾਬੇ ਬੋੜ ਕਾਹਦੇ ਜਿਹਦੀ ਛਾਂ ਕਿਸੇ ਨੂੰ ਨਹੀਂ। ਭਗਵੰਤ ਮਾਨ ਜੇ ਉਹਦੇ ਵਿੱਚੋਂ ਆਰਟਿਸਟ ਕੱਢ ਦਿੱਤਾ ਜਾਵੇ ਤਾਂ ਉਹ ਕੀ ਆ? ਭਾਜੀ ਮੈਂ ਉਹੀ ਕਹਿਣਾ ਵੀ ਇਹਨਾਂ ਕੋ ਵੀ ਕਿੰਨਾ ਕੁ ਟਾਈਮ, ਸਾਲ ਕੱਢ ਲੂਗੇ, 2 ਸਾਲ ਕੱਢ ਦੂਗੇ। ਮਾਸਟਰ ਸਲੀਮ ਜੀ ਹੋਏ, ਖਾਨ ਸਾਹਿਬ ਹੋਣੀ ਹੋਏ, ਉਹ ਗੱਲਾਂ ਜਾਣਦੇ ਹੋਏ ਵੀ ਭਾਜੀ ਮੈਂ ਕਹਿੰਦਾ ਜਾਂ ਤਾਂ ਉਹਨਾਂ ਨੂੰ ਕਿਸੇ ਨੇ ਚੁੱਪ ਕਰਾਇਆ ਆ। ਫਿਰ ਜਿਹੜਾ ਬੰਦਾ ਸਾਡੇ ਸਮਾਜ ਦੀ ਬਾਹ ਫੜੂਗਾ, ਅਸੀਂ ਤਾਂ ਹਿੱਕ ਠੋਕ ਕੇ ਉਹਦਾ ਸਾਥ ਦੇਵਾਂਗੇ ਭਾਜੀ। ਇਹ ਗੱਲ ਆਮ ਦੇਖੀ ਜਾਂਦੀ ਹੈ, ਚਾਹੇ ਉਹ ਸਕੂਟਰ ਤੋਂ ਲੈ ਕੇ ਕਾਰ ਤੋਂ ਲੈ ਕੇ ਅੱਜ ਕੱਲ੍ਹ ਤਾਂ ਸਾਈਕਲਾਂ ਤੇ ਵੀ ਲੋਕ ਮਿਊਜ਼ਿਕ ਲਾਈ ਦਾ ਬੈਠੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 84 ਪੰਜਾਬ ਔਰ ਮੈਂ ਵਿਪਨ ਗੈਰੀ ਤੁਹਾਡੇ ਨਾਲ। ਸੋ ਦੋਸਤੋ, ਇਸ ਵਕਤ ਅਸੀਂ ਫਲੋਰ ਮੌਜੂਦ ਹਾਂ ਔਰ ਸਾਡੇ ਨਾਲ ਫਲੋਰ ਤਹਿਸੀਲ ਦੇ ਸੰਗੀਤ ਭਾਈਚਾਰੇ ਦੇ ਸਾਰੇ ਹੀ ਮੈਂਬਰ ਸਾਹਿਬਾਨ ਮੌਜੂਦ ਨੇ ਔਰ ਸੰਗੀਤ ਪਰਿਵਾਰ ਦੀਆਂ ਜਿਹੜੀਆਂ ਮੁਸ਼ਕਲਾਂ ਦਿਨੋਂ ਦਿਨ ਵੱਧ ਰਹੀਆਂ ਨੇ, ਜਿਸ ਦੀ ਵਜ੍ਹਾ ਕਹਿ ਸਕਦੇ ਹਾਂ ਕਰੋਨਾ ਦੇ ਕਾਰਨ ਹਰ ਇਨਸਾਨ ਔਰ ਹਰ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆ। ਪਰ ਸਰਕਾਰ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਆ, ਹਰ ਵਰਗ ਨੂੰ ਜਿਹੜਾ ਕੋਈ ਨਾ ਕੋਈ ਰਿਲੈਕਸੇਸ਼ਨ ਦਿੱਤੀ ਗਈ ਆ, ਕੋਈ ਨਾ ਕੋਈ ਸਾਧਨ ਜਿਹੜਾ ਉਹਨਾਂ ਦੀ ਇਨਕਮ ਦਾ ਬਣਾਇਆ ਗਿਆ ਆ। ਪਰ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ ਸਾਡੇ ਸੰਗੀਤ ਪਰਿਵਾਰ ਦੇ ਨਾਲ ਜੁੜੇ ਹੋਏ ਸਾਰੇ ਮੈਜੀਸ਼ੀਅਨ ਸਾਹਿਬਾਨ, ਸਿੰਗਰ ਸਾਹਿਬਾਨ, ਜਿਨ੍ਹਾਂ ਦਾ ਰੋਜੀ ਰੋਟੀ ਔਰ ਇਨਕਮ ਦਾ ਕੋਈ ਸਾਧਨ ਨਹੀਂ ਰਿਹਾ। ਔਰ ਉਸ ਸੰਬੰਧ ਦੇ ਵਿੱਚ ਸਾਡੇ ਨਾਲ ਪੂਰੀ ਟੀਮ ਮੌਜੂਦ ਹੈਗੀ ਆ ਸੰਗੀਤ ਪਰਿਵਾਰ ਦੀ ਔਰ ਸਾਡੇ ਨਾਲ ਗੁਲਾਮ ਅਲੀ ਭਾਜੀ ਮੌਜੂਦ ਹੈਗੇ ਨੇ, ਉਹਨਾਂ ਤੋਂ ਜਾਣਕਾਰੀ ਲੈਣੇ ਨੇ। ਭਾਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਜੀ ਨਿਊਜ਼ 84 ਦੀ ਪੂਰੀ ਟੀਮ ਦਾ ਕਿ ਤੁਸੀਂ ਸਾਡੇ ਸੰਗੀਤ ਭਾਈਚਾਰੇ ਦੀ ਗੱਲ ਨੂੰ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਥੈਂਕ ਯੂ ਭਾਜੀ। ਭਾਜੀ ਕੀ ਮੰਗਾਂ ਹੈਗੀਆਂ ਨੇ ਤੁਹਾਡੀਆਂ ਜੋ ਅੱਜ ਤੁਸੀਂ ਸਾਰਾ ਸੰਗੀਤਕ ਭਾਈਚਾਰਾ ਕਾਫੀ ਵੱਡੀ ਤਾਦਾਦ ਦੇ ਵਿੱਚ ਇਕੱਤਰ ਹੋਏ ਆ, ਕੀ ਮੰਗਾਂ ਨੇ ਤੁਹਾਡੀਆਂ? ਭਾਜੀ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਜਦੋਂ ਲੋਕਡਾਊਨ ਤੋਂ ਬਾਅਦ, ਜਦੋਂ ਲੋਕਡਾਊਨ ਓਪਨ ਹੋਇਆ, ਪੰਜਾਬ ਸਰਕਾਰ ਨੇ ਬਹੁਤ ਸਾਰੇ ਅਦਾਰਿਆਂ ਨੂੰ ਸ਼ੁਰੂ ਕਰ ਦਿੱਤਾ ਹੈ, ਬਹੁਤ ਸਾਰੇ ਅਦਾਰਿਆਂ ਨੂੰ ਖੁੱਲ੍ਹ ਦੇ ਦਿੱਤੀ ਹੈ ਕੰਮ ਕਰਨ ਦੀ, ਜਿਹਦੇ ਵਿੱਚ ਕੁਝ ਕੰਡੀਸ਼ਨ ਲੱਗੀਆਂ ਨੇ ਕਿ ਕਿਤੇ 40 ਬੰਦੇ, ਕਿਤੇ 45 ਬੰਦੇ, ਵਿਆਹਾਂ ਨੂੰ ਜਾਂ ਡੀਜੇ ਨੂੰ, ਸਾਰਿਆਂ ਨੂੰ। ਪਰ ਇੱਕ ਵਰਗ, ਬਹੁਤ ਵੱਡਾ ਵਰਗ ਐਸਾ ਹੈ ਜਿਹੜਾ ਸਾਰਾ ਹੀ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਦੇ ਕਈ ਕੰਮਾਂ ਨਾਲ ਜੁੜਿਆ ਹੋਇਆ, ਜਿਹਨੂੰ ਅਸੀਂ ਸੰਗੀਤ ਪਰਿਵਾਰ ਕਹਿੰਦੇ ਹਾਂ ਜਾਂ ਸੰਗੀਤ ਨਾਲ ਜੁੜੇ ਹੋਏ ਖਿੱਤੇ ਵਾਲੇ ਉਹ ਲੋਕ ਕਹਿੰਦੇ ਆ। ਉਹਨਾਂ ਨੂੰ ਕਿਤੇ ਵੀ ਕੋਈ ਰਿਲੈਕਸੇਸ਼ਨ ਨਹੀਂ ਮਿਲੀ। ਇਹ ਭਾਜੀ ਜਿਹੜਾ ਇਹਨਾਂ ਦੀ ਜਿਹੜੀ ਸੰਖਿਆ ਜਾਂ ਗਿਣਤੀ ਉਹ ਭਾਜੀ ਛੋਟੀ ਨਹੀਂ ਆ। ਇੱਕ ਦਰਬਾਰ ਦੇ ਅੱਗੇ ਢੋਲ ਵਜਾਉਣ ਵਾਲੇ ਤੋਂ ਲੈ ਕੇ ਇੱਕ ਹਾਈ ਲੈਵਲ ਦੇ ਉੱਤੇ ਗਰੁੱਪ ਚਲਾਉਣ ਵਾਲੇ ਬੰਦੇ ਤੱਕ ਭਾਜੀ, ਇੱਕ ਗਰੁੱਪ ਦੇ ਨਾਲ ਮੈਨੂੰ ਲੱਗਦਾ 50-50 ਪਰਿਵਾਰਾਂ ਤੱਕ ਜਿਹੜੀ ਹੈ ਰੋਜ਼ੀ ਰੋਟੀ ਪਹੁੰਚਦੀ ਸੀ। ਸੋ ਮੈਂ ਤੁਹਾਡੀ ਗੱਲ ਇੱਥੇ ਟੋਕਣਾ ਚਾਹੁੰਦਾ ਹਾਂ। ਕਹਿਣ ਦਾ ਮਤਲਬ ਆਪਾਂ ਜੇ ਕਹਿ ਲਈਏ ਆਪਣੇ ਪੰਜਾਬ ਦੀ ਗੱਲ ਕਰੀਏ ਜਾਂ ਆਪਣੇ ਭਾਰਤ ਦੀ ਗੱਲ ਕਰੀਏ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਸੰਗੀਤਕ ਪਰਿਵਾਰ, ਜਿਹੜੇ ਸੰਗੀਤ ਜਗਤ ਨਾਲ ਜੁੜੇ ਹੋਏ ਪਰਿਵਾਰ ਲੱਖਾਂ ਦੀ ਤਾਦਾਦ ਵਿੱਚ ਹੋਣਗੇ। ਬਿਲਕੁਲ ਭਾਜੀ, ਲੱਖਾਂ ਦਾ। ਹੁਣ ਅਸੀਂ ਤਹਿਸੀਲ ਫਲੋਰ ਦੀ ਕੋਸ਼ਿਸ਼ ਕੀਤੀ, ਸਿਰਫ 1-2 ਏਰੀਆ ਇਕੱਠੇ ਕੀਤੇ। ਅੱਜ ਮੈਨੂੰ ਲੱਗਦਾ ਵੀ ਕੋਈ ਪਰਿਵਾਰ ਐਸਾ ਨਹੀਂ ਜਿਨ੍ਹਾਂ ਵਿੱਚ ਕੋਈ ਮਿਊਜ਼ਿਕ ਨਾਲ ਜੁੜਿਆ ਬੰਦਾ ਨਾ ਹੋਵੇ। ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ। ਬੰਦਾ ਆਪਣੇ ਬੱਚਿਆਂ ਨੂੰ ਵੀ ਸਿਖਾ ਰਿਹਾ ਅੱਜ ਕੱਲ੍ਹ ਕਿ ਸੰਗੀਤ ਉਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਜਾਂਦਾ। ਕਿ ਪਰ ਜੇ ਸੰਗੀਤ ਦਾ ਆਹੀ ਹਾਲ ਰਿਹਾ ਤਾਂ ਕਿਸੇ ਨੇ ਅੱਗੇ ਤੋਂ ਸੰਗੀਤ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਸੇ ਨੂੰ। ਸੋ ਭਾਜੀ ਮੈਂ ਇੱਕ ਵੱਡਾ ਸਵਾਲੀਆ ਚਿੰਨ੍ਹ ਮੈਂ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ। ਇੱਕ ਸਵਾਲੀਆ ਚਿੰਨ੍ਹ ਜਿਹੜਾ ਖੜਾ ਹੁੰਦਾ, ਇੱਕ ਪਾਸੇ ਤਾਂ ਮਿਊਜ਼ਿਕ ਨੂੰ ਆਪਾਂ ਆਪਣੀ ਜਿੰਦ ਜਾਨ, ਮਿਊਜ਼ਿਕ ਤੋਂ ਬਿਨਾਂ ਆਪਾਂ ਚੱਲਦੇ ਨਹੀਂ ਜੀ। ਇਹ ਗੱਲ ਆਮ ਦੇਖੀ ਜਾਂਦੀ ਹੈ, ਚਾਹੇ ਉਹ ਸਕੂਟਰ ਤੋਂ ਲੈ ਕੇ ਕਾਰ ਤੋਂ ਲੈ ਕੇ ਅੱਜ ਕੱਲ੍ਹ ਤਾਂ ਸਾਈਕਲਾਂ ਤੇ ਵੀ ਲੋਕ ਮਿਊਜ਼ਿਕ ਲਾਈ ਦਾ ਬੈਠੇ ਆ। ਪਰ ਜਦੋਂ ਔਖਾ ਸਮਾਂ ਆਇਆ, ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੀ ਜਿਹੜੀ ਬਾਂਹ ਕਿਸੇ ਨੇ ਵੀ ਨਹੀਂ ਫੜੀ। ਕੀ ਕਾਰਨ ਨੇ? ਕਾਰਨ ਭਾਜੀ ਇਹੀ ਹੈ। ਸਭ ਤੋਂ ਪਹਿਲਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਕੱਲ੍ਹ ਵੀ ਸਾਡੀ ਗੱਲ ਹੋਈ ਮਿਊਜ਼ਿਕ ਦੇ ਵੱਡੇ ਲੋਕਾਂ ਨਾਲ ਕਿ ਸਮਾਜ ਦੇ ਨਾਲ ਜੁੜੇ ਤਬਕੇ ਦੇ 2 ਤਰ੍ਹਾਂ ਦੇ ਲੋਕ ਆ ਜਿਹੜੇ ਭਾਜੀ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇ ਰਹੇ ਆ। ਉਹਨਾਂ ਵਿੱਚ ਇੱਕ ਕਲਾਕਾਰ, ਦੂਸਰਾ ਜਿਹੜੇ ਐਕਟਰ।
ਜੇ ਬਾਕੀ ਸਾਰੇ ਬਿਜ਼ਨਸ ਨੂੰ ਕਿਸੇ ਨੂੰ 5%, ਕਿਸੇ ਨੂੰ 8%, ਕਿਸੇ ਨੂੰ 12% GST ਟੈਕਸ ਲੱਗਦੇ ਨੇ ਜਾਂ ਇਨਕਮ ਟੈਕਸ ਲੱਗਦੇ ਨੇ, ਤਾਂ ਕਲਾਕਾਰ 18% ਦਿੰਦੇ ਭਾਜੀ। ਤੇ ਜਿਨ੍ਹਾਂ ਦਾ 2-2, 2.5 ਕਰੋੜ 3-3 ਕਰੋੜ ਦਾ ਸਾਲ ਦਾ ਟਰਨਓਵਰ ਆ, ਉਹ ਕਿੱਥੇ ਜਾਂਦੀ ਗੱਲ ਭਾਜੀ। ਜਦੋਂ ਪੰਜਾਬ ਸਰਕਾਰ ਨੂੰ ਅਸੀਂ ਸਾਰੇ ਇੱਕ ਨੰਬਰ ਦੇ ਕੰਮ ਨਾਲ ਅਸੀਂ ਆਪਣੀ ਰੋਜ਼ੀ ਰੋਟੀ ਚਲਾਉਂਦੇ ਆ, ਉਹਨਾਂ ਨੂੰ ਸੋਚਣਾ ਬਣਦਾ, ਉਹਨਾਂ ਦਾ ਹੱਕ ਬਣਦਾ ਭਾਜੀ ਸਾਡੇ ਵਰਗ ਬਾਰੇ ਵੀ ਸੋਚਣਾ, ਜਿਹਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ। ਸੋ ਜੇ ਗੱਲ ਕਰੀਏ ਜਿਸ ਇਲਾਕੇ ਨਾਲ ਸੰਬੰਧਿਤ ਆਪਣਾ ਸੰਗੀਤਕ ਭਾਈਚਾਰਾ ਹੈਗਾ ਆ, ਉਸ ਇਲਾਕੇ ਦੇ ਵਿੱਚ MLA ਸਾਹਿਬਾਨ ਜਾਂ MP ਸਾਹਿਬਾਨ ਜਾਂ MC ਸਾਹਿਬਾਨ, ਜਾਨੀ ਕਿ ਲੀਡਰਸ਼ਿਪ ਹਰ ਜਗ੍ਹਾ ਮੌਜੂਦ ਹੈ ਜੀ। ਕੀ ਲੀਡਰਸ਼ਿਪ ਵੱਲੋਂ ਤੁਹਾਨੂੰ ਕੋਈ ਸਹਾਰਾ ਮਿਲਿਆ ਅੱਜ ਤੱਕ? ਬਿਲਕੁਲ ਭਾਜੀ, ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਫਲੋਰ ਤਹਿਸੀਲ ਦੇ ਵਿੱਚ, ਜਿਹੜਾ ਹਲਕਾ ਫਲੋਰ, ਉਹਦੇ MLA ਸਾਹਿਬ ਖਹਿਰਾ ਸਾਹਿਬ, ਉਹਨਾਂ ਤੱਕ ਅਸੀਂ ਅਪਰੋਚ ਕੀਤੀ, ਉਹਨਾਂ ਨੇ ਸਾਡੇ ਭਾਈਚਾਰੇ ਦੀ ਮਦਦ ਕੀਤੀ ਹੈ। ਔਰ ਨਾਲ ਦੇ ਨਾਲ ਮੇਰੇ ਵੱਡੇ ਭਾਜੀ ਖੜੇ ਨੇ, ਸਾਡੇ ਨਿੱਕਾ ਭਾਰੂਵਾਲ ਜੀ, ਇਹ ਸਰਪੰਚ ਸਾਹਿਬ ਸਮਾਜ ਸੇਵਕ ਨੇ ਔਰ ਸਰਪੰਚ ਮੀਡੀਆ ਚੈਨਲ ਚਲਾਉਂਦੇ ਨੇ, ਬੜੇ ਅੱਛੇ ਗੀਤਕਾਰ ਨੇ, ਇਹਨਾਂ ਦੀ ਕੰਪਨੀ ਆਪਣੀ ਹੈ। ਮੇਰਾ ਵੀਰ ਜੋ ਖਾਨ ਖੜਾ ਹੈ, ਇਹਨਾਂ ਦੀ ਬਦੌਲਤ ਅੱਜ ਇੱਥੇ ਭਾਜੀ 100 ਤੋਂ ਵੱਧ ਜਿਹੜਾ ਸਾਡਾ ਸੰਗੀਤ ਨਾਲ ਜੁੜਿਆ ਭਾਈਚਾਰਾ ਸੀ, ਉਹਨਾਂ ਨੂੰ ਇਹਨਾਂ ਨੇ ਅੱਜ ਆਪਣੇ ਵੱਲੋਂ ਹੈਲਪ ਕੀਤੀ ਹੈ ਰਾਸ਼ਨ ਦੀ ਜਾਂ ਉੱਦਾਂ, ਤੇ ਗਾਂ ਵੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਬਾਂਹ ਫੜਾਂਗੇ। ਜਦ ਇਹ ਲੋਕ ਸਾਡੀ ਬਾਂਹ ਫੜ ਸਕਦੇ ਆ, ਫਿਰ ਸਰਕਾਰਾਂ ਕਿਉਂ ਨਹੀਂ। ਸੋ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਦੇਖੋ, ਇੱਕ ਆਮ ਇਨਸਾਨ ਨਿੱਕਾ ਭਾਰੂਵਾਲ ਭਾਜੀ, ਮੈਂ ਵੀ ਇਹਨਾਂ ਨੂੰ ਦੇਖਦਾ ਆ, ਜਦੋਂ ਤੋਂ ਲੋਕਡਾਊਨ ਸ਼ੁਰੂ ਆ ਹਜ਼ਾਰਾਂ ਹੀ ਪਰਿਵਾਰਾਂ ਤੱਕ ਤੁਸੀਂ ਰਾਸ਼ਨ ਪਹੁੰਚਾ ਚੁੱਕੇ ਆ, ਔਰ ਕਿਤੇ ਨਾ ਕਿਤੇ ਹਰ ਬੰਦੇ ਦੀ ਬਾਹ ਫੜਨ ਦੇ ਵਿੱਚ ਤੁਸੀਂ ਤਤਪਰ ਰਹਿੰਦੇ ਆ, ਅੱਗੇ ਆਉਂਦੇ ਫਰੰਟ ਤੇ ਆ ਕੇ ਕੰਮ ਕਰਦੇ ਆ। ਔਰ ਜਦੋਂ ਗੱਲ ਕਲਾਕਾਰਾਂ ਦੀ ਆਈ, ਤੇ ਕਲਾਕਾਰਾਂ ਲਈ ਵੀ ਤੁਸੀਂ ਖੜੇ ਆ, ਕਿਉਂਕਿ ਤੁਹਾਡਾ ਆਪਣਾ ਸਮਾਜ ਆ। ਔਰ ਪੋਲੀਟੀਕਲ ਲੈਵਲ ਤੇ ਜੇ ਦੇਖਿਆ ਜਾਵੇ, ਜੇ ਸਰਕਾਰਾਂ ਵੱਲ ਦੇਖਿਆ ਜਾਵੇ, ਸਰਕਾਰਾਂ ਸਾਥ ਨਹੀਂ ਦੇ ਰਹੀਆਂ, ਕੀ ਕਾਰਨ ਨੇ? ਨਹੀਂ, ਇਹ ਕਾਰਨ ਤਾਂ ਮੈਨੂੰ ਖੁਦ ਨੂੰ ਨਹੀਂ ਸਮਝ ਆ ਰਿਹਾ ਕਿ ਸਰਕਾਰਾਂ ਕਿਉਂ ਨਹੀਂ ਸਾਥ ਦੇ ਰਹੀਆਂ, ਬਲਕਿ ਆਪਣੇ ਜੋ ਕਿ ਕਲਾਕਾਰ ਨੇ ਪਿਓਰ ਆਪਣਾ ਸਰਕਾਰਾਂ ਸਾਥ ਦਿੰਦੇ ਨੇ, ਪਰ ਇਹਨਾਂ ਨੇ ਸਰਕਾਰਾਂ ਨੇ ਕਿਉਂ ਨਹੀਂ ਸਾਥ ਦਿੱਤਾ, ਮੇਰੇ ਤਾਂ ਖੁਦ ਨਹੀਂ ਸਮਝ ਆ ਰਿਹਾ ਇਸ ਚੀਜ਼ ਦੀ। ਸੋ ਗੁਲਾਮ ਅਲੀ ਭਾਜੀ, ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਆ। ਜਿਸ ਤਰ੍ਹਾਂ ਸੰਗੀਤਕ ਪਰਿਵਾਰ ਇਕੱਠਾ ਹੋਇਆ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਵੀ ਆ ਰਹੀਆਂ ਨੇ, ਮੂਹਰੇ 2022 'ਚ ਇਲੈਕਸ਼ਨ ਆ ਰਹੀ ਆ, ਜੇਕਰ ਤੁਹਾਡੀ ਕਿਤੇ ਵੀ ਬਾਂਹ ਨਹੀਂ ਫੜੀ ਜਾਂਦੀ ਤਾਂ ਤੁਹਾਡੇ ਵੱਲੋਂ ਕਿਤੇ ਇੱਦਾਂ ਦਾ ਕੋਈ ਮੋੜ ਵੀ ਲਿਆ ਜਾਵੇਗਾ? ਭਾਜੀ ਸਾਰਾ ਭਾਈਚਾਰਾ ਖੜਾ, ਸਾਰੇ ਮੇਰੇ ਵੀਰ ਖੜੇ ਨੇ। ਪਹਿਲੀ ਗੱਲ ਤਾਂ ਸੰਗੀਤ ਜਾਂ ਇੱਕ ਗਾਇਕ ਹੋਣ ਤੋਂ ਪਹਿਲਾਂ ਅਸੀਂ ਇਨਸਾਨ ਆ। ਸਾਰੇ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ, ਜੇ ਆਪਾਂ ਸਮਾਜ 'ਚ ਰਹਿੰਦੇ ਆ, ਉਹ ਸਮਾਜ ਪੂਰੀਆਂ ਕਰਨਾ ਹੱਕ ਬਣਦਾ, ਜਿਹੜੇ ਸਾਡੇ ਨੁਮਾਇੰਦੇ ਚੁਣੇ ਜਾਂਦੇ ਨੇ। ਜਦੋਂ ਨੁਮਾਇੰਦੇ ਸਾਡੀ ਬਾਂਹ ਨਹੀਂ ਫੜੂਗੇ ਨਾ, ਫਿਰ ਜਿਹੜਾ ਬੰਦਾ ਸਾਡੇ ਸਮਾਜ ਦੀ ਬਾਂਹ ਫੜੂਗਾ, ਅਸੀਂ ਤਾਂ ਹਿੱਕ ਠੋਕ ਕੇ ਉਹਦਾ ਸਾਥ ਦੇਵਾਂਗੇ ਭਾਜੀ। ਸੋ ਦੋਸਤੋ, ਸਾਫ਼ ਸ਼ਬਦਾਂ ਦੇ ਵਿੱਚ ਗੁਲਾਮ ਅਲੀ ਭਾਜੀ ਨੇ ਇਹ ਗੱਲ ਜਿਹੜੀ ਕਲੀਅਰ ਕਰ ਦਿੱਤੀ ਹੈ। ਜੇ ਸਾਡਾ ਸਾਥ ਪੋਲੀਟੀਕਲ ਬੰਦਿਆਂ ਨੇ ਨਹੀਂ ਦਿੱਤਾ, ਜਾਂ ਜੇ ਕੋਈ ਪੋਲੀਟੀਕਲ ਬੰਦਾ ਕੋਈ ਹੋਰ ਦਿੰਦਾ ਹੈ, ਤੇ ਉਹ ਉਹਦੇ ਹੱਕ ਦੇ ਵਿੱਚ ਜਿਹੜਾ ਭਾਈਚਾਰਾ, ਇਹ ਸੰਗੀਤਕ ਭਾਈਚਾਰਾ ਜਾਊਗਾ। ਸੋ ਵੱਡੀ ਗੱਲ ਆ। ਔਰ ਲੀਡਰਾਂ ਲਈ, ਮੌਕੇ ਦੇ ਲੀਡਰਾਂ ਲਈ ਇੱਕ ਮੈਸੇਜ ਵੀ ਆ, ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲਿਆਓ, ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣੋ। ਸੰਗੀਤਕ ਭਾਈਚਾਰੇ ਦੇ ਉੱਤੇ ਜਿਹੜਾ ਇਸ ਵਕਤ ਬੁਰਾ ਵਕਤ ਚੱਲ ਰਿਹਾ ਆ, ਕਿਉਂਕਿ ਉਸ ਬੁਰੇ ਵਕਤ ਦੇ ਕਾਰਨ ਕਰੋਨਾ ਆ, ਔਰ ਕਰੋਨਾ ਨਾਲ ਕੰਮਕਾਰ ਬੰਦ ਹੋ ਗਏ ਨੇ, ਮਿਊਜ਼ਿਕ ਇੰਡਸਟਰੀ ਦੇ ਕੰਮ ਵੀ ਬੰਦ ਹੋ ਗਏ ਨੇ, ਮੇਲੇ ਬੰਦ ਹੋ ਗਏ ਨੇ। ਸਾਰੀਆਂ ਪ੍ਰੋਬਲਮਾਂ ਜਿਹੜੀਆਂ ਇਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ। ਸੋ ਭਾਜੀ, ਹੋਰ ਕੀ ਕਹਿਣਾ ਚਾਹੋਗੇ? ਤੁਹਾਡੀਆਂ ਬੜੀਆਂ ਮੁਸ਼ਕਲਾਂ ਨੇ, ਔਰ ਭਾਈਚਾਰਾ ਕਾਫੀ ਇਕੱਠਾ ਹੋਇਆ ਆ। ਕੋਈ ਹੋਰ ਤੁਹਾਡੇ ਦਿਲ ਦੇ ਵਿੱਚ ਕੋਈ ਸਵਾਲ ਹੈਗਾ ਤਾਂ ਸ਼ੇਅਰ ਕਰੋ। ਮੇਰੇ ਵੀਰ ਲੈਵੀ ਨਗਰੀਆ ਮੇਰੇ ਨਾਲ ਆ, ਸਾਡੀ ਇੰਟਰਵਿਊ ਹੋਈ ਸੀ ਭਾਜੀ ਇੱਕ, ਉਹ ਇੰਟਰਵਿਊ ਦੇ ਵਿੱਚ ਵੀ ਅਸੀਂ ਸਵਾਲ ਚੱਕੇ ਆ। ਮੇਰੇ ਮਨ ਦੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਥੋੜ੍ਹੀਆਂ ਜਿਹੀਆਂ। ਲੈਵੀ ਜੀ, ਤੁਸੀਂ ਸਾਰੇ ਥੋੜ੍ਹਾ ਦੱਸੋ ਨਾ। ਸੋ ਲੈਵੀ ਭਾਜੀ ਸਾਡੇ ਨਾਲ ਨਗਰ ਤੋਂ ਆ। ਭਾਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ, ਠੀਕ ਠਾਕ। ਸਭ ਤੋਂ ਪਹਿਲਾਂ ਧੰਨਵਾਦ ਸਾਰਾ ਨਿਊਜ਼ 84 ਦਾ, ਸੋ ਸਾਡਾ ਜਿਹੜਾ ਸਾਥ ਦੇ ਰਿਹਾ ਹੈ ਇਸ ਮੁਕਾਮ 'ਚ ਜੀ। ਭਾਜੀ ਮੈਂ ਥੋੜ੍ਹੀ ਜਿਹੀ ਕਲੀਅਰਲੀ ਗੱਲ ਕਰੂੰਗਾ। ਮੇਰੇ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਗੁਲਾਮ ਭਾ ਨੇ ਕਹਿਤੀਆਂ। ਅਸੀਂ ਸਰਕਾਰ ਨੂੰ ਭਾਜੀ ਬੇਨਤੀਆਂ ਕਰਦਿਆਂ ਨੂੰ ਮਹੀਨੇ ਤੋਂ ਉੱਤੇ ਹੋ ਗਿਆ, ਔਰ ਸਾਡੀਆਂ ਨਿਊਜ਼ਪੇਪਰ ਜਗਬਾਣੀ ਥਰੂ ਵੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਤੱਕ ਆਪਣਾ ਮੁੱਦਾ ਰੱਖੀਏ, ਔਰ ਇੰਟਰਵਿਊਜ਼ ਵੀ ਕੀਤੀਆਂ, ਡੇਲੀ ਪੋਸਟ ਰਾਹੀਂ ਹੋਈ ਜਾਂ ਕੋਈ ਸਾਂਝ TV ਰਾਹੀਂ ਹੋਈ, ਹੈ ਨਾ। ਪਰ ਉਹਨਾਂ ਦੇ ਬਾਵਜੂਦ ਵੀ ਭਾਜੀ ਸਰਕਾਰਾਂ ਨੇ ਸਾਨੂੰ ਕੰਟੈਕਟ ਤੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦ ਕਿ ਭਾਜੀ ਜਾਂ ਤਾਂ ਉਹ ਸਾਨੂੰ ਇਨਸਾਨ ਨਹੀਂ ਸਮਝਦੇ, ਠੀਕ ਆ, ਜਾਂ ਫਿਰ ਇਹ ਆ ਭਾਜੀ, ਜਦੋਂ ਹੁਣ ਮੈਂ ਓਪਨਲੀ ਕਹੂੰਗਾ, ਸਾਡੇ CM ਸਾਹਿਬ ਨੂੰ, ਉਹ ਪੰਜਾਬ ਦੇ ਕੈਪਟਨ ਆ। ਜਦੋਂ ਉਹਨਾਂ ਦੇ ਘਰ ਵੀ ਕੋਈ ਪ੍ਰਾਈਵੇਟ ਮਹਿਫਲ ਹੁੰਦੀ ਆ, ਤਾਂ ਉੱਥੇ ਜੋਤੀ ਨੂਰਾ ਜੀ ਹੁਣੀ ਗਾ ਕੇ ਆਉਂਦੀਆਂ। ਸਾਡਾ ਉਹ ਸਮਾਜ ਗਾ ਕੇ ਆਉਂਦਾ, ਸਾਡਾ ਉਹ ਭਾਈਚਾਰਾ ਗਾ ਕੇ ਆਉਂਦਾ, ਜਿਨ੍ਹਾਂ ਦੀਆਂ ਜ਼ਿੰਦਗੀਆਂ ਹੰਢਾਈਆਂ ਉਹਨੀ ਸੰਗੀਤ ਵਿੱਚ, ਠੀਕ ਆ। ਫਿਰ ਉੱਥੇ ਉਹਨਾਂ ਨੂੰ ਉਹ ਕਲਾਕਾਰ ਕਿਉਂ ਲੱਗਦੇ ਆ? ਉੱਥੇ ਜਸ ਮਾਨਕ ਹੁਣੀ ਜਾਂ ਹੋਰ ਆ ਜਿਹੜੇ ਸਿੱਧੂ ਮੂਸੇ ਵਾਲੇ ਜਾਂ ਹੋਰ ਇਦਾਂ ਦੇ 3-4 ਕਲਾਕਾਰ ਜਿਹੜੇ ਆਪਣੇ ਆਪ ਨੂੰ ਵਿਕਸਿਤ ਸਮਝਦੇ ਆ, ਫਿਰ ਉਹਨਾਂ ਨੂੰ ਕਿਉਂ ਨਹੀਂ ਸਾਧਦੇ ਭਾਜੀ ਉੱਥੇ?
ਸੋ ਮੈਂ ਤੁਹਾਡੀ ਇੱਕ ਗੱਲ ਇੱਥੋਂ ਟੋਕਣਾ ਚਾਹੁੰਦਾ, ਤੁਸੀਂ ਗੱਲ ਜੋਤੀ ਨੂਰਾ ਹੋਣਾ ਦੀ ਕੀਤੀ ਆ। ਸੋ ਇੱਕ ਗੱਲ ਸਰਪੰਚ ਸਾਹਿਬ ਜਾਂ ਗੁਲਾਮ ਅਲੀ ਭਾਜੀ, ਤੁਸੀਂ ਖੜੇ ਆ ਸਾਰੇ ਸੰਗੀਤਕ ਭਾਈਚਾਰਾ, ਜੇ ਆਪਾਂ ਵੱਡੇ ਲੈਵਲ ਦੇ ਸਿੰਗਰਾਂ ਦੀ ਗੱਲ ਕਰੀਏ, ਚਲੋ ਸਾਰੇ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਰਿਸਪੈਕਟਡ ਹੋ, ਵੱਡੇ ਹੋ, ਸਾਰੇ ਸਤਿਕਾਰਯੋਗ ਹੋ, ਪਰ ਜੇ ਇਨਕਮ ਦੀ ਗੱਲ ਕਰੀਏ, ਜਿਨ੍ਹਾਂ ਦੀ ਜ਼ਿਆਦਾ ਇਨਕਮ ਆ, ਉਹ ਲੋਕ ਤੁਹਾਡਾ ਸਹਾਰਾ ਕਿਉਂ ਨਹੀਂ ਬਣ ਰਿਹਾ ਸਿੰਗਰ ਭਾਈਚਾਰਾ? ਸਾਨੂੰ ਇਸ ਗੱਲ ਦਾ ਦੁੱਖ ਲੱਗਦਾ, ਅਸੀਂ ਇਹਦੇ ਨਾਲੋਂ ਬੈਟਰ ਸਾਡਾ ਭਾਈਚਾਰਾ ਹੈ ਨਾ ਭੁੱਖ ਨਾ ਮਰ ਜਾਵੇ, ਇਹਦੇ ਨਾਲੋਂ ਬੈਟਰ ਹੋਊਗਾ ਅਸੀਂ ਹੱਕਾਂ ਲਈ ਲੜ ਕੇ ਮਰਾਂਗੇ ਭਾਜੀ। ਜਿਸ ਤਰ੍ਹਾਂ ਅੱਜ ਸਾਰਾ ਭਾਈਚਾਰਾ ਇਕੱਠਾ ਹੋਇਆ ਆ, ਔਰ ਕਿੰਨੀਆਂ ਕੁ ਪ੍ਰੋਬਲਮਾਂ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਤੁਹਾਨੂੰ? ਭਾਜੀ ਪ੍ਰੋਬਲਮਾਂ ਇਹ 3-4 ਮਹੀਨਿਆਂ ਤੋਂ ਹੀ ਫੇਸ ਕਰ ਰਿਹਾ ਸਾਰਾ ਸਮਾਜ ਸਾਡਾ। ਇਹ ਮੈਂ ਕਹਿੰਦਾ ਜਿਹੜੇ ਵਿਕਸਿਤ ਸਿੰਗਰ ਆਪਣੇ ਆਪ ਨੂੰ ਕਹਾਉਂਦੇ ਆ, ਔਰ ਉਹਨਾਂ 'ਚ ਮੈਂ ਓਪਨਲੀ ਕਹਿਣਾ ਚਾਹੂੰਗਾ ਜਿਹੜੇ ਸਾਡੇ ਇੰਡਸਟਰੀ ਦੇ ਦਰਦ ਵੀ ਰੱਖਦੇ ਆ, ਮਾਸਟਰ ਸਲੀਮ ਜੀ ਹੋਏ, ਖਾਨ ਸਾਹਿਬ ਹੋਣੀ ਹੋਏ, ਉਹ ਤਾਂ ਚਲੋ ਸਾਡੀ ਏਜ ਦੇ ਆ ਭਾਜੀ, ਉਹਨਾਂ ਨੂੰ ਤਾਂ ਦਰਦ ਪਤਾ ਹੀ ਆ ਗਰਾਊਂਡ ਲੈਵਲ ਤੇ ਕੀ ਆ ਸਾਡੇ ਸਮਾਜ ਦਾ, ਸਾਡੇ ਭਾਈਚਾਰਾ ਦਾ, ਉਹਨਾਂ ਨੂੰ ਸਾਰਾ ਪਤਾ ਆ। ਉਹ ਗੱਲਾਂ ਜਾਣਦੇ ਹੋਏ ਵੀ ਭਾਜੀ ਮੈਂ ਕਹਿੰਦਾ ਜਾਂ ਤਾਂ ਉਹਨਾਂ ਨੂੰ ਕਿਸੇ ਨੇ ਚੁੱਪ ਕਰਾਇਆ ਆ, ਜਾਂ ਉਹ ਫਿਰ ਜਾਣਬੁੱਝ ਕੇ ਮਤਲਬ ਜਿਹੜੇ ਆ ਸਮਾਜ ਸੇਵੀ ਕੰਮ ਆ, ਲੋਕ ਭਲਾਈ ਵਾਲੇ ਕੰਮ, ਉਹਨਾਂ 'ਚ ਉਤਰਨਾ ਨਹੀਂ ਚਾਹੁੰਦੇ। ਉਹਨਾਂ ਨੂੰ ਸਿਰਫ ਉਨੇ ਕੁ ਚੀਜ਼ ਨਾਲ ਪਿਆਰ ਆ ਵੀ ਮਤਲਬ ਹਾਂ ਵੀ ਸਾਡਾ 1.5-2 ਲੱਖ ਜਿਹੜਾ ਸ਼ੋਅ ਦਾ ਮਿਲਦਾ ਸਾਨੂੰ ਉੱਥੇ ਤੱਕ ਅਸੀਂ। ਪਰ ਇੱਕ ਮੈਂ ਇੱਥੇ ਤੁਹਾਡੀ ਗੱਲ ਟੋਕਣਾ ਚਾਹੁੰਦਾ ਆ, ਜਿੱਦਾਂ ਆਪਾਂ ਗੱਲ ਕਰੀਏ ਜਿਹੜੇ ਵੱਡੇ ਸਿੰਗਰਾਂ ਦੀ, ਚਾਹੇ ਉਹ ਖਾਨ ਸਾਹਿਬ ਆ, ਚਾਹੇ ਉਹ ਮਾਸਟਰ ਸਲੀਮ ਆ, ਚਾਹੇ ਉਹ ਸਰਦੂਲ ਸਿਕੰਦਰ ਸਾਹਿਬ ਆ, ਜਦੋਂ ਉਹ ਸ਼ੋਅ ਲਾਉਂਦੇ ਆ ਕਾਫੀ ਪੈਸਾ ਉਹਨਾਂ ਨੂੰ ਮਿਲਦਾ, ਚਲੋ ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦਾ ਨਾਂ ਬਣਿਆ ਆ। ਗੱਲ ਇਹ ਆ ਵੀ ਉਹਨਾਂ ਦੀ ਰੋਜੀ ਰੋਟੀ ਚੱਲ ਰਹੀ ਆ, ਔਰ ਆਖਰ ਨੂੰ ਇੱਕ ਇਹ ਦਸਤੂਰ ਆ ਆਪਣੇ ਮੁਲਕ ਦਾ ਵਿੱਚ, ਜਿਹੜਾ ਬੰਦਾ ਥੱਲੇ ਡਾਊਨ ਆ ਉਹਨੂੰ ਡਾਊਨ ਹੀ ਰਹਿਣ ਦਿੱਤਾ ਜਾਂਦਾ ਆ, ਔਰ ਉਹਨੂੰ ਚੱਕਣ ਲਈ ਕੋਈ ਮੋਹਰੇ ਨਹੀਂ ਆਉਂਦਾ। ਇਹੀ ਗੱਲ ਅੱਜ ਤੁਹਾਡੇ ਭਾਈਚਾਰੇ ਤੇ ਢੁੱਕਦੀ ਆ, ਕਿਉਂਕਿ ਤੁਸੀਂ ਹਜੇ ਆਪਣੀ ਸੰਘਰਸ਼ ਕਰ ਰਹੇ ਆ, ਗਰਾਊਂਡ ਲੈਵਲ ਤੇ ਖੜੇ ਆ, ਔਰ ਕੀ ਕਾਰਨ ਨੇ ਜਿਹੜਾ ਉਹ ਬਾਰ-ਬਾਰ ਫਿਰ ਉਹੀ ਗੱਲ ਆ ਰਹੀ ਆ ਵੀ ਆਪਣਾ ਭਾਈਚਾਰਾ ਤੁਹਾਡੇ ਨਾਲ ਕਿਉਂ ਨਹੀਂ ਖੜ ਰਿਹਾ? ਭਾਜੀ ਮੈਂ ਉਹੀ ਕਹਿਣਾ ਵੀ ਇਹਨਾਂ ਕੋ ਵੀ ਕਿੰਨਾ ਕੁ ਟਾਈਮ, ਸਾਲ ਕੱਢ ਲੂਗੇ, 2 ਸਾਲ ਕੱਢ ਦੂਗੇ। ਜਿਹੜਾ ਇਹ ਸਮਾਂ ਚੱਲ ਰਿਹਾ ਇਹ ਮੈਨੂੰ ਨਹੀਂ ਲੱਗਦਾ ਭਾਜੀ ਛੇਤੀ ਜਿਹੜੀ ਹੈ ਗੈਦਰਿੰਗ ਵਾਲੇ ਕੰਮ ਸਾਡੇ ਪ੍ਰੋਗਰਾਮਾਂ ਨਾਲ ਸੰਬੰਧਿਤ ਤੇ ਸ਼ੁਰੂ ਹੋਊਗੇ। ਇਹਨਾਂ ਨੇ ਭਾਜੀ ਇਹਨਾਂ ਨੂੰ ਮੈਂ ਕਹਿੰਦਾ ਖੁੱਲ੍ਹ ਕੇ ਬੋਲਣਾ ਚਾਹੀਦਾ। ਇਹ ਸਾਡੇ ਉੱਦਾਂ ਸਾਡੀ ਇੰਡਸਟਰੀ ਨੂੰ ਲੀਡ ਕਰਦੇ ਆ, ਲੀਡ ਕਹਾਉਂਦੇ ਆ। ਸਰਦੂਲ ਸਿਕੰਦਰ ਜੀ ਲਾ ਲਓ, ਮਾਸਟਰ ਸਲੀਮ ਜੀ ਲਾ ਲਓ, ਹੋਰ ਵੀ ਜਿਹੜੇ ਖਾਨ ਸਾਹਿਬ ਤੁਸੀਂ ਜਿਨ੍ਹਾਂ ਦਾ ਨਾਮ ਲਿਆ, ਇਹ ਭਾਜੀ ਲੀਡ ਕਰਦੇ, ਕਿਉਂ ਨਹੀਂ ਬੋਲਦੇ? ਮੈਂ ਇੱਕ ਗੱਲ ਇਹਨਾਂ ਨੂੰ ਇਹ ਕਹਿਣੀ ਚਾਹੁੰਦਾ ਵੀ ਭਾਜੀ ਅੱਜ ਓਪਨਲੀ ਆ ਕੇ ਤੁਸੀਂ ਬੋਲੋ। ਸਿਰਫ ਹੁਣ 2 ਮਹੀਨਿਆਂ ਬਾਅਦ ਚਲੋ ਉਹਨਾਂ ਦਾ ਬਿਆਨ ਆਇਆ, ਉਹ ਬਹੁਤ ਚੰਗੀ ਗੱਲ ਆ, ਅਸੀਂ ਉਸ ਚੀਜ਼ ਦੀ ਸ਼ਲਾਘਾ ਕਰਦੇ ਹਾਂ। ਪਰ ਜਿਹੜੇ 2-3 ਮਹੀਨਿਆਂ ਤੋਂ ਵੀ ਪਹਿਲਾਂ ਤੋਂ ਭਾਜੀ ਜਿਹੜਾ ਸਮਾਜ ਸਾਡਾ ਬੇਰੁਜ਼ਗਾਰ ਹੋ ਕੇ ਬੈਠੇ ਆ, ਉਹਨਾਂ ਤੱਕ ਕਿਸੇ ਨੇ ਵੀ ਨਹੀਂ ਪਹੁੰਚ ਕੀਤੀ। ਇਹ ਦਰਦ ਸਾਡਾ ਰੱਖ ਸਕਦੇ ਸੀ, ਨਹੀਂ ਕਿਉਂ ਨਹੀਂ ਰੱਖਿਆ? ਇੱਕ ਮੈਂ ਐਡ ਕਰਨੀ ਚਾਹੁੰਦਾ ਗੱਲ ਇਹਦੇ ਨਾਲ ਭਾਜੀ, ਕਿਉਂਕਿ ਪੰਜਾਬ ਦੇ ਵਿੱਚ ਨਾ ਪਿਛਲੇ 28 ਸਾਲ ਤੋਂ ਜਿਹੜੀ ਪੂਰੇ ਪੰਜਾਬ ਦੀ ਸੰਸਥਾ ਚੱਲ ਰਹੀ ਆ, ਜਿਹਨੂੰ ਆਪਾਂ ਕਹਿ ਦਈਏ ਵੀ ਮਿਊਜ਼ਿਕ ਦਾ ਪੰਜਾਬ ਦੀ ਇੰਡਸਟਰੀ ਦਾ ਜਿਹਨਾਂ ਨੂੰ ਪ੍ਰਧਾਨ ਲਾਇਆ ਹੋਇਆ, ਉਹ ਰਜਿਸਟਰਡ ਸੰਸਥਾ ਆ ਭਾਜੀ ਪਿਛਲੇ 27-28 ਸਾਲ ਤੋਂ। ਉਹਨਾਂ ਦੇ ਪ੍ਰਧਾਨ ਜੀ ਨੇ ਸਾਡੇ ਜਨਾਬ ਸਰਦੂਲ ਸਿਕੰਦਰ ਸਾਹਿਬ, ਜਿਨ੍ਹਾਂ ਨੂੰ ਅਸੀਂ ਸੰਗੀਤ ਦੇ ਮਾਧਿਅਮ ਨਾਲ ਬਹੁਤ ਪਿਆਰ ਕਰਦੇ ਹਾਂ। ਇੱਕ ਨੰਬਰ ਉਹ ਬੰਦੇ। ਦੂਸਰੇ ਨੰਬਰ ਤੇ ਜਨਾਬ ਹੰਸਰਾਜ ਹੰਸ ਜੀ, ਇਸ ਵੇਲੇ MP ਨੇ ਨਾ, ਉਹਨਾਂ ਨੂੰ ਪਤਾ ਉਹ ਬੰਦੇ ਜਦੋਂ ਉਹਨਾਂ ਦੀ ਇੰਟਰਵਿਊ ਸੁਣੋ ਤਾਂ ਉਹ ਸ਼ੁਰੂ ਹੀ ਦਰਦ ਤੋਂ ਹੁੰਦੇ ਆ। ਉਹਨਾਂ ਨੇ ਕਹਿਣਾ ਵੀ ਮੇਰੀ ਮੰਮੀ ਦੇ ਪਾਟੀਆਂ ਕੱਪੜੇ ਪਾਏ ਹੋਏ ਸੀ, ਆਹ ਕੀਤਾ ਸੀ। ਜਿਹੜਾ ਬੰਦਾ ਇੰਨਾ ਹਿਜਰ ਹੰਢਾ ਕੇ ਗਿਆ, ਅੱਜ ਉਹ ਕਿੱਥੇ ਬੈਠਾ, ਮਾਲਕ ਨੇ ਉਹਨੂੰ ਕਾਹਦੀ ਬਦੌਲਤ बढ़ाया। ਉਹ ਪਦਮ ਸ਼੍ਰੀ ਦਾ ਅਵਾਰਡ ਕਿੱਥੋਂ ਮਿਲਿਆ? ਸੰਗੀਤ ਤੋਂ। ਅੱਜ ਸੰਗੀਤ ਲਈ ਨਹੀਂ ਬੋਲੇ। ਤੀਸਰੇ ਨੰਬਰ ਤੇ ਭਗਵੰਤ ਮਾਨ ਜੇ ਉਹਦੇ ਵਿੱਚੋਂ ਆਰਟਿਸਟ ਕੱਢ ਦਿੱਤਾ ਜਾਵੇ ਤਾਂ ਉਹ ਕੀ ਆ? ਭਗਵੰਤ ਮਾਨ ਜੇ ਉਹਦੇ ਵਿੱਚੋਂ ਆਰਟਿਸਟ ਕੱਢ ਦਿੱਤਾ ਜਾਵੇ ਤਾਂ ਉਹ ਕੀ ਆ? ਸਦੀਕ ਸਾਹਿਬ ਜ਼ੀਰੋ ਹੈ ਨਾ। ਫਿਰ ਚੌਥੇ ਨੰਬਰ ਤੇ ਆ ਗਏ ਜੀ ਮੁਹੰਮਦ ਸਦੀਕ ਸਾਹਿਬ, ਜਿਨ੍ਹਾਂ ਨੂੰ ਸਾਡੇ ਬਹੁਤ ਸਾਰੇ ਲੋਕੀ ਬਾਬੇ ਬੋੜ ਦੇ ਨਾਂ ਨਾਲ ਵੀ ਨਵਾਜਦੇ ਆ ਨਾ, ਵੀ ਬਾਬਾ ਬੋੜ ਆ ਜੀ। ਉਹ ਬਾਬੇ ਬੋੜ ਕਾਹਦੇ ਜਿਹਦੀ ਛਾਂ ਕਿਸੇ ਨੂੰ ਨਹੀਂ। ਇਹਨਾਂ ਲੋਕਾਂ ਦੇ ਪੇਜ ਤੇ ਜਾ ਕੇ ਅਸੀਂ ਮੈਸੇਜ ਪਾਏ ਭਾਜੀ। ਮੈਂ ਭਗਵੰਤ ਮਾਨ ਦੇ ਪੇਜ ਤੇ ਜਾ ਕੇ ਵੀ ਪਾਇਆ, ਮੈਂ ਹੰਸ ਸਾਹਿਬ ਦੇ ਵੀ ਪੇਜ ਤੇ ਜਾ ਕੇ ਪਾਇਆ, ਸਰਦੂਲ ਸਿਕੰਦਰ ਸਾਹਿਬ ਨੂੰ ਵੀ ਮੈਸੇਜ ਲਾਇਆ, ਸਾਰਿਆਂ ਨੂੰ ਲਾਇਆ। ਇਹ ਮੇਰਾ ਨਿੱਜੀ ਫਰਜ਼ ਸਮਝ ਕੇ ਲਾਇਆ, ਕੋਈ ਗਲਤ ਸ਼ਬਦਾਵਲੀ ਨਹੀਂ ਦਿੱਤੀ। ਪਰ ਉਹਨਾਂ ਨੂੰ ਐਂ ਕਿਹਾ, ਸਾਨੂੰ ਨਹੀਂ ਲੱਗਦਾ ਵੀ ਤੁਸੀਂ ਸਾਡੀ ਬਾਂਹ ਫੜੋ, ਸਾਨੂੰ ਰਾਸ਼ਨ ਦਿਓ, ਪੈਸੇ ਦਿਓ, ਨਹੀਂ ਚਾਹੀਦੇ। ਉਹਨਾਂ ਦਾ ਬੋਲਿਆ ਦੂਰ ਤੱਕ ਬਹੁਤ ਜਾਣਾ। ਅੱਜ ਮੋਦੀ ਸਾਡਾ ਮੇਨ ਮਕਸਦ ਜਿਹੜਾ ਹੈਗਾ ਜੀ, ਉਹ ਇਹ ਆ ਵੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੇ। ਸਾਡਾ ਮੇਨ ਮਕਸਦ ਇਹ ਆ ਜੀ। ਸਰਦੂਲ ਸਿਕੰਦਰ ਹੁਣੀ ਹੋ ਗਏ, ਬੂਟਾ ਮੁਹੰਮਦ ਜੀ ਹੋ ਗਏ, ਕਾਫੀ ਸਿੰਗਰ ਆ ਸਾਡੇ ਜਿਨ੍ਹਾਂ ਦਾ ਕਾਫੀ ਉਹਨਾਂ ਦੇ ਤਾਲ ਮਿਲਿਆ ਜੀ। ਅੱਜ ਤੋਂ ਨਹੀਂ, ਬਹੁਤ ਪੁਰਾਣੇ ਆ, ਠੀਕ ਆ। ਉਹ ਐਡੀ ਜਿਹੜੀ ਅੱਜ ਅਸੀਂ ਗੱਲ ਕਰਦੇ ਹਾਂ, ਉਹ ਐਡੀ ਕੀ ਗੱਲ ਹੈ ਸਾਡੀ। ਜੇ ਉਹ ਗੱਲ ਕਰਨ ਉਹ ਐਡੀ ਬਣ ਜਾਣੀ ਆ। ਉਹ ਪਹੁੰਚਾਉਂਦੇ ਨਹੀਂ ਉਹਨਾਂ ਤੱਕ ਗੱਲ, ਕਿਉਂਕਿ ਉਹਨਾਂ ਦਾ ਸਾਰਾ ਕੁਝ ਸਰਦਾ ਆ। ਉਹ ਅੱਜ ਸਾਡੇ ਭਾਈਚਾਰਾ ਜਿੰਨਾ ਵੀ ਇਕੱਠਾ ਹੋਇਆ, ਇਹਨਾਂ ਨੂੰ ਲੋੜ ਆ, ਇਹਨਾਂ ਨੂੰ ਰੋਜ਼ਗਾਰ ਦੀ ਵੀ ਲੋੜ ਆ, ਰਾਸ਼ਨ ਦੀ ਵੀ ਲੋੜ ਆ, ਹਰ ਇੱਕ ਚੀਜ਼ ਦੀ ਲੋੜ ਆ। ਇਹਨਾਂ ਦੀ ਲੋੜ ਪੂਰੀ ਕੀਤੀ ਜਾਵੇ। ਜਾਓ ਬੈਠੇ ਆਪਣੇ ਮਕਾਮ ਤੇ ਬੈਠੇ। 28 ਸਾਲ ਥੋੜੇ ਨਹੀਂ ਹੁੰਦੇ ਭਾਜੀ। ਜੇ ਕਿਸੇ ਨਿਆਣੇ ਨੂੰ ਵੀ ਆਪਾਂ ਪਾਲਦੇ ਆ, ਉਹ 28 ਸਾਲ ਤੱਕ ਵੱਡਾ ਹੋ ਜਾਂਦਾ ਕਾਫੀ। ਉਹਨੂੰ ਵੀ ਜਿੱਦਾਂ ਪਹਿਲਾਂ ਅਕਲ ਨਹੀਂ ਹੁੰਦੀ, ਫਿਰ ਹੌਲੀ ਹੌਲੀ ਵੱਡਾ ਹੁੰਦਾ, ਕਾਫੀ ਉਹਨੂੰ ਅਕਲ ਆ ਜਾਂਦੀ ਆ। ਤਾਂ ਉਹਨਾਂ ਨੂੰ ਵੀ ਥੋੜੀ ਅਕਲ ਕਰਨੀ ਚਾਹੀਦੀ ਹੈ ਨਾ।
ਵੀ ਸਾਡੇ ਕਿੱਦਾਂ ਭਰਾ ਸਾਡੇ ਰੁਲਦੇ ਪਏ ਆ, ਕਿੰਨੇ ਵੱਡੇ ਵੱਡੇ ਕਲਾਕਾਰ ਜਿਹਨਾਂ ਨਾਮਵਰ ਕਲਾਕਾਰ ਇਸ ਟਾਈਮ ਭਾਜੀ ਰੁਲਦੇ ਪਏ ਆ। ਤੁਸੀਂ ਦੇਖੋ ਜਾ ਕੇ ਕੋਈ ਆਸ਼ਰਮ 'ਚ ਬੈਠਾ ਆ, ਕੋਈ ਰੋਡਾਂ ਤੇ ਰੁਲਦਾ ਪਿਆ ਹਨਾ, ਤੇ ਅੱਧੇ ਪਜੱਦੇ ਤੁਸੀਂ ਅੱਜ ਦੇਖ ਹੀ ਲਿਆ ਕਿੱਦਾਂ ਵਿਚਾਰੇ ਰੁਲਦੇ ਪਏ ਹਨਾ। ਇਹਨਾਂ ਨੂੰ ਭਾਜੀ ਮੈਂ ਛੋਟੀ ਜਿਹੀ ਗੱਲ ਭਾਜੀ ਹੁਣਾਂ ਦੀ ਗੱਲ ਤੋਂ ਮੈਨੂੰ ਗੱਲ ਯਾਦ ਆਈ। ਇੱਕ ਵੀਡੀਓ ਪਿੱਛੇ ਜੇ ਸਾਰਿਆਂ ਨੇ ਦੇਖੀ ਸੀ ਜਿਹਦੇ ਵਿੱਚ ਮਾਸਟਰ ਸਲੀਮ ਜੀ ਨੇ ਸਟੇਜ ਤੇ ਗਿਆ ਸੀ, ਜੋ ਖਾਨ ਪਤਾ ਨਹੀਂ ਕਿਹੜਾ ਬਣਿਆ ਫਿਰਦਾ, ਆ ਕਿਹੜਾ ਬਣਿਆ ਫਿਰਦਾ। ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਇਹ ਉਹ ਜੋ ਖਾਨ ਆ ਜਿਹਨੇ 100 ਪਰਿਵਾਰਾਂ ਨੂੰ ਨਹੀਂ ਰਾਸ਼ਨ ਪ੍ਰੋਵਾਈਡ ਕਰਾਇਆ। ਨਹੀਂ ਪਿਛਲੇ ਇਹ ਹੋਰ ਵੀ ਕਰੂਗੇ ਭਾਜੀ। ਇੱਕ ਮਿੰਟ, ਅੱਜ ਉਹ ਜੀ ਖਾਨ ਕਿੱਥੇ ਆ, ਅੱਜ ਐਫ ਖਾਨ ਕਿੱਥੇ ਆ? ਅੱਜ ਅਸੀਂ ਕਹਿੰਦੇ ਇਹ ਗੱਲ, ਅੱਜ ਉਹਨਾਂ ਨੂੰ ਦਰਦ ਨਹੀਂ ਆਇਆ ਸਾਡੇ ਸਮਾਜ ਦਾ। ਭਾਜੀ ਸਾਨੂੰ ਗਾਉਣ ਤੋਂ, ਚਲੋ ਗਾਉਣਾ ਇੱਕ ਮਹਾਰਾਜ ਦੀ ਬਖਸ਼ ਆ ਔਰ ਅਸੀਂ ਕਰਦੇ ਵੀ ਆ। ਜੇ ਨਹੀਂ ਹੋਊਗਾ ਨਾ ਅਸੀਂ ਹੋਰ ਕੋਈ ਕੰਮ ਕਰ ਲਵਾਂਗੇ, ਕੋਈ ਵੱਡੀ ਗੱਲ ਨਹੀਂ, ਪਰ ਸਾਨੂੰ ਸਾਡੇ ਸਮਾਜ ਦਾ, ਸਾਡੇ ਭਾਈਚਾਰੇ ਦਾ ਪੂਰਾ ਦਰਦ ਆ ਭਾਜੀ, ਔਰ ਅਸੀਂ ਠੋਕ ਕੇ ਖੜੇ ਆ ਇਹਨਾਂ ਨਾਲ। ਚਾਹੇ ਜੋ ਮਰਜ਼ੀ ਹੋ ਜਾਵੇ ਭਾਜੀ, ਅਸੀਂ ਪੂਰਾ ਠੋਕ ਕੇ ਖੜੇ ਸਾਡੇ ਭਰਾਵਾਂ ਨਾਲ। ਸਾਨੂੰ ਉਹਨਾਂ ਦਾ ਦਰਦ ਆਉਂਦਾ, ਇਹਨਾਂ ਨੂੰ ਕਿਉਂ ਨਹੀਂ ਆਉਂਦਾ ਭਾਜੀ? ਸੋ ਗੱਲ ਕਹਿਣ ਦਾ ਮਤਲਬ ਤੁਹਾਡਾ ਇਹ ਆ ਸਾਫ਼-ਸਾਫ਼, ਮਿਊਜ਼ਿਕ ਇੰਡਸਟਰੀ ਦੇ ਵੱਡੇ ਸਿੰਗਰਾਂ ਨੂੰ ਇੱਕ ਇਹ ਬਹੁਤ ਵੱਡੀ ਚੇਤਾਵਨੀ ਵਰਗਾ ਮੈਸੇਜ ਵੀ ਆ ਵੀ ਉਹਨਾਂ ਨੇ ਆਖਰ ਬਾਂਹ ਫੜੀ ਕਿਉਂ ਨਹੀਂ, ਜਦ ਕਿ ਜੋ ਖਾਨ ਵਰਗੇ ਜਿਹੜੇ ਨਵੇਂ ਸਾਡੇ ਨੌਜਵਾਨ ਮੁੰਡੇ ਜਿਹੜੇ ਉੱਠੇ ਹੋਏ ਆ ਮਿਊਜ਼ਿਕ ਇੰਡਸਟਰੀ ਦੇ ਵਿੱਚ ਵਧੀਆ ਨਾਮ ਕਮਾ ਰਹੇ ਨੇ, ਔਰ ਜੇ ਇਹ ਮਦਦ ਕਰ ਸਕਦੇ ਆ ਤੇ ਵੱਡੇ ਕਲਾਕਾਰਾਂ ਨੇ ਮਦਦ ਕਿਉਂ ਨਹੀਂ ਕੀਤੀ। ਸੋ ਬਾਰ-ਬਾਰ ਗੱਲ ਘੁੰਮ ਕੇ ਉਹੀ ਆ ਜਾਂਦੀ ਆ, ਜਿਹੜਾ ਤੁਹਾਡੇ ਫਨਕਾਰ ਵੱਡੇ ਆ ਔਰ ਤੁਹਾਡੀਆਂ ਜਿਹੜੀਆਂ ਇੱਕ ਸੰਸਥਾ ਵੀ ਬਣੀ ਹੋਈ ਆ ਰਜਿਸਟਰਡ 28 ਸਾਲ ਤੋਂ ਚੱਲ ਰਹੀ ਆ, ਉਹਦਾ ਪ੍ਰਧਾਨ ਕੌਣ ਆ ਤੁਹਾਡੇ ਮਿਊਜ਼ਿਕ ਇੰਡਸਟਰੀ ਦਾ? ਸਰਦੂਲ ਸਿਕੰਦਰ ਸਾਹਿਬ ਪ੍ਰਧਾਨ ਆ ਜੀ ਉਹਦੇ। ਔਰ ਹੁਣ ਇੱਕ ਹੋਰ ਪ੍ਰਧਾਨ ਨਵੇਂ ਆ ਰਹੇ ਨੇ, ਉਹ ਪਤਾ ਨਹੀਂ ਕਿਹਨੇ ਲਾਇਆ ਪੰਜਾਬ 'ਚ ਉਹਨਾਂ ਨੂੰ ਪ੍ਰਧਾਨ, ਹਾਕਮ ਬਖਤੜੀ ਵਾਲਾ, ਬਤਕੜੀ ਪਤਾ ਨਹੀਂ, ਹਾਕਮ ਬਖਤੜੀ ਵਾਲਾ ਜੀ। ਸਾਡੇ ਜਨਮ ਤੋਂ ਪਹਿਲਾਂ ਦੇ ਆਰਟਿਸਟ ਆ, ਚਲੋ ਉਹ ਸਤਿਕਾਰ ਬਣਦਾ। ਮੈਂ ਇੱਕ ਦਿਨ ਇੰਟਰਵਿਊ ਸੁਣਦਾ ਸੀ, ਕਹਿੰਦੇ ਵੱਡਿਆਂ ਦੇ ਕਦਮਾਂ ਤੇ ਛੋਟੇ ਬੱਚੇ ਕਦਮ ਰੱਖ ਕੇ ਅੱਗੇ ਜਾਂਦੇ ਆ। ਉਹ ਵੱਡਿਆਂ ਨੂੰ ਸਾਨੂੰ ਤਾਂ ਐ ਹੀ ਨਹੀਂ ਸਮਝ ਲੱਗਦੀ। ਅਸੀਂ 20 22 25 ਸਾਲ ਪੜ੍ਹਾਈਆਂ ਕਰਕੇ, ਮਿਊਜ਼ਿਕ ਦੀਆਂ ਪੜ੍ਹਾਈਆਂ ਕਰਕੇ, ਜੇ ਅੱਜ ਉਹ ਸਾਡੀ ਪੜ੍ਹਾਈ ਜ਼ੀਰੋ ਹੋ ਜਾਣੀ ਆ, ਫਿਰ ਜੇ ਅੱਜ ਦਿਹਾੜੀਆਂ ਹੀ ਕਰਨੀਆਂ, ਇਹਦਾ ਮਤਲਬ ਫਿਰ ਉਹ ਪੜ੍ਹਾਈਆਂ ਨਹੀਂ ਕਰਨੀਆਂ ਚਾਹੀਦੀਆਂ। ਆਪਣੇ ਬੱਚਿਆਂ ਨੂੰ ਨਾ ਪੜ੍ਹਾਓ, ਜਿਹੜਾ ਮਸਲਾ ਮੂਹਰੇ ਬਣ ਰਿਹਾ ਨਾ। ਤੇ ਜਿਹੜੇ ਪ੍ਰਧਾਨ ਬਣੇ ਫਿਰਦੇ ਬੰਦੇ, ਉਹਨਾਂ ਨੂੰ ਐ ਤਾਂ ਚਾਹੀਦਾ ਵੀ ਪ੍ਰਧਾਨਗੀ ਦਿੱਤੀ ਗੱਲ ਹੀ ਆ। ਮਤਲਬ ਜਿਹੜੇ ਤੁਹਾਡੇ ਪ੍ਰਧਾਨ ਲੱਗੇ ਆ, ਤੁਹਾਡੀ ਆਵਾਜ਼ ਜੇ ਚੱਕੇ ਹੀ ਨਹੀਂ ਸਕਦੇ ਤਾਂ ਉਹ ਪ੍ਰਧਾਨਗੀ ਕਿਸ ਕੰਮ ਦੀ? ਭਾਜੀ ਉਹ ਪ੍ਰਧਾਨ ਆਪਣੇ ਆਪ 'ਚ ਆਪ ਹੀ ਬਣੇ ਹੋਏ ਆ ਭਾਜੀ, ਉਹਨਾਂ ਦਾ ਗਰੁੱਪ ਬਣਿਆ ਹੋਇਆ ਆ, 5-7 ਕਲਾਕਾਰਾਂ ਦਾ ਗਰੁੱਪ ਬਣਿਆ ਹੋਇਆ ਆ ਵੀ ਉਹ ਆਪਣੇ ਆਪ 'ਚ ਬਸ ਤੁਸੀਂ ਪ੍ਰਧਾਨ ਹੈ ਜੀ, ਉਹਨਾਂ ਨੂੰ ਆਪਣੇ ਆਪ ਹੀ ਉਹ ਪ੍ਰਧਾਨਗੀ ਚੁਣ ਲੈਂਦੇ ਜੀ ਆਪਣੇ ਆਪ। ਕਿਸੇ ਨੂੰ ਸਾਡੇ ਵਰਗੇ ਥੋੜੀ ਪੁੱਛਦੇ। ਪ੍ਰਧਾਨ ਬੰਦਾ ਉਹ ਹੁੰਦਾ ਜਿਹੜਾ ਵੋਟਾਂ ਪਾ ਕੇ ਜਿੱਤੇ। ਸਾਡੇ ਨਾਲ ਕੁਛ ਕਰੇ, ਸਤਿਕਾਰ ਅਸੀਂ ਉਹ ਬੰਦੇ ਦਾ ਕਰਾਂਗੇ ਜਿਹੜਾ ਸਾਡੇ ਸੰਗੀਤ ਪ੍ਰੇਮੀਆਂ ਨਾਲ ਖੜੂਗਾ ਭਾਜੀ। ਸਤਿਕਾਰ ਅਸੀਂ ਉਹਦਾ ਕਰਾਂਗੇ, ਸਤਿਕਾਰ ਉਹਦਾ ਥੋੜੀ ਕਰਾਂਗੇ ਜਿਹਨੇ ਸਾਡੀ ਆ ਕੇ ਬਾਤ ਨਹੀਂ ਪੁੱਛੀ। ਆਪ ਕਰੋੜਾਪਤੀ ਬੈਠੇ ਆ, ਏਸੀ ਲਾਇਆ ਆ, ਕੋਠੀਆਂ 'ਚ ਬੈਠੇ ਆ, ਇੱਧਰ ਸਾਡੇ ਬੰਦੇ ਰੁਲਦੇ ਪਏ ਆ ਭਾਜੀ, ਉਹਨਾਂ ਦਾ ਕਿੱਥੋਂ ਸਤਿਕਾਰ ਕਰਾਂਗੇ ਅਸੀਂ ਭਾਜੀ? ਸੋ ਜੇ ਪ੍ਰਧਾਨਗੀ ਦੀ ਗੱਲ ਕਰੀਏ, ਜੇ ਤੁਸੀਂ ਇੱਕ ਆਪਣੀ ਪ੍ਰਧਾਨਗੀ ਬਣਾ ਸਕਦੇ ਆ, ਇੱਕ ਆਪਣੀ ਜਥੇਬੰਦੀ ਬਣਾ ਸਕਦੇ ਹੋ, ਕਿਉਂਕਿ ਤੁਹਾਡਾ ਬਹੁਤ ਵੱਡਾ ਭਾਈਚਾਰਾ ਆ। ਜੇ ਤੁਹਾਡੀ ਪ੍ਰਧਾਨ ਕੋਈ ਤੁਹਾਡੇ ਮਿਊਜ਼ਿਕ ਇੰਡਸਟਰੀ ਦਾ ਬਾਂਹ ਨਹੀਂ ਫੜਦਾ ਤਾਂ ਤੁਸੀਂ ਆਪਣੀ ਪ੍ਰਧਾਨਗੀ ਕਰ ਸਕਦੇ। ਸਾਡੇ ਨਾ ਕਲਾਕਾਰਾਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਭਾਜੀ, ਸਾਡੇ ਕਲਾਕਾਰ ਨਾ ਕੰਮ ਲੈਣ ਲਈ ਪੂਛ ਬਹੁਤ ਕਰਦੇ ਆ। ਹਰ ਬੰਦਾ ਇਹ ਚਾਹੁੰਦਾ ਮੇਰਾ ਲਿੰਕ ਨਾ ਟੁੱਟ ਜਾਵੇ, ਜੇ ਮੈਂ ਬੋਲਤਾ ਕੱਲ੍ਹ ਨੂੰ ਮੈਨੂੰ ਪ੍ਰੋਗਰਾਮ ਤੇ ਨਹੀਂ ਸੱਦਣਾ। ਜੇ ਤੁਹਾਡੇ 'ਚ ਦਮ ਆ ਨਾ ਤਾਂ ਤੁਸੀਂ ਰੋਟੀ ਖਾ ਹੀ ਲੈਣੀ ਹੈ। ਪੂਛ ਕਰਕੇ ਭਾਜੀ ਇਹ ਇੱਕ ਮਜਬੂਰੀ ਬਣ ਜਾਂਦੀ ਆ, ਕਿਉਂਕਿ ਹਰ ਇਨਸਾਨ ਜਿਹੜਾ ਆ ਰੋਟੀ ਤੇ ਡਿਪੈਂਡ ਆ, ਔਰ ਕੰਮ ਜਿਹੜਾ ਤੁਹਾਡੀ ਇੰਡਸਟਰੀ ਨੂੰ ਤਾਂ ਹੀ ਮਿਲਣਾ ਜੇ ਤੁਸੀਂ ਸਿੰਗਰ ਕਿਸੇ ਨਾਲ ਜਾ ਕੇ ਮਜੀਸ਼ੀਅਨ ਦੇ ਤੌਰ ਤੇ ਜੇ ਜਾਓਗੇ ਤਾਂ ਹੀ ਤੁਹਾਨੂੰ ਰੋਟੀ ਮਿਲੇਗੀ। ਭਾਜੀ ਦੇਖੋ, ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਐਡ ਕਰਦਾ ਵੀ ਜੇ ਆਹ 4 ਮਹੀਨੇ ਕਿਹਨੇ ਰੋਟੀ ਦਿੱਤੀ? ਆਹ 4 ਮਹੀਨੇ ਨਿਕਲੇ ਨਾ, ਇਹ ਹੁਣ ਸਾਰਿਆਂ ਨੂੰ ਸਮਝ ਆ ਗਈ ਵੀ ਯਾਰ ਨਹੀਂ, ਆਪਾਂ ਕਰ ਸਕਦੇ ਹਾਂ। ਆਈ ਕੈਨ ਡੂ ਇਟ, ਵੀ ਕੈਨ ਡੂ ਇਟ, ਹੈ ਨਾ। ਅਸੀਂ ਕਰ ਸਕਦੇ ਹਾਂ। ਜਦ ਆਹ ਟਾਈਮ ਅਸੀਂ ਕੱਢ ਸਕਦੇ, ਫਿਰ ਕੋਈ ਵੀ ਟਾਈਮ ਕੱਢ ਸਕਦੇ ਹਾਂ, ਫਿਰ ਉੱਥੇ ਕੋਈ ਮਸਲਾ ਨਹੀਂ ਹੈਗਾ। ਹੁਣ ਮਿਊਜ਼ੀਸ਼ੀਅਨਾਂ ਦੀ ਗੱਲ ਆਈ ਆ ਵਿੱਚ, ਮਿਊਜ਼ੀਸ਼ੀਅਨਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਇੱਥੇ ਜਿੰਨੇ ਬੰਦੇ ਅੱਜ ਆਏ ਉਹਨਾਂ 'ਚੋਂ 90% ਮਿਊਜ਼ੀਸ਼ੀਅਨ ਸੀ, 10% ਆਰਟਿਸਟ ਸੀਗੇ, ਹੈ ਨਾ। ਉਹ ਮਿਊਜ਼ੀਸ਼ੀਅਨਾਂ ਦੀ ਬਾਂਹ ਵੱਡੇ ਗੱਲ, ਜਦੋਂ ਸਾਡੀ ਡੇਟ ਹੁੰਦੀ ਹੈ ਨਾ, ਮਿਊਜ਼ੀਸ਼ੀਅਨ ਕਹਿੰਦਾ ਨਹੀਂ ਯਾਰ ਮੈਂ ਫਲਾਣੇ ਬੰਦੇ ਨਾਲ ਪ੍ਰੋਗਰਾਮ 'ਤੇ ਜਾਣਾ ਤੇ ਭਾਜੀ ਮੈਨੂੰ ਉੱਥੋਂ ਜ਼ਿਆਦਾ ਪੈਸੇ ਮਿਲਣੇ ਆ, ਤਾਂ ਮੈਂ ਤੁਹਾਡੇ ਨਾਲ। ਅੱਜ ਉਹ ਜ਼ਿਆਦਾ ਪੈਸੇ ਕਿੱਥੇ ਆ? ਅੱਜ ਉਹ ਕਲਾਕਾਰ ਕਿੱਥੇ ਆ ਭਾਜੀ? ਮਤਲਬ ਹਰ ਇਨਸਾਨ ਤੇ ਹਰ ਮਜੀਸ਼ੀਅਨ ਤੇ ਜਿਹੜਾ ਇਸ ਕਰੋਨਾ ਦੀ ਮਾਰ ਪੈ ਚੁੱਕੀ ਆ, ਔਰ ਫਾਈਨਲੀ ਤੁਸੀਂ ਕਹਿਣਾ ਕੀ ਚਾਹੁੰਦੇ ਆ ਔਰ ਕੀ ਮੈਸੇਜ ਦੇਣਾ ਚਾਹੁੰਦੇ ਆ, ਔਰ ਤੁਹਾਡੇ ਵੱਲੋਂ ਸਰਕਾਰ ਨੂੰ ਜਿਹੜੀ ਲਾਸਟ ਤੁਹਾਡੀ ਫਾਈਨਲੀ ਮੰਗ ਕੀ ਹੋਊਗੀ? ਸਾਡੀ ਮੰਗ ਭਾਜੀ ਇੰਨੀ ਆ ਵੀ ਸਰਕਾਰ ਪਹਿਲਾਂ ਤਾਂ ਜਿਹੜੀਆਂ ਰਜਿਸਟਰਡ ਕਮੇਟੀਆਂ ਅੱਜ ਕੱਲ੍ਹ ਬਣ ਰਹੀਆਂ ਉਹਨਾਂ ਤੇ ਇੱਕ ਨਜ਼ਰ ਮਾਰ ਕੇ, ਜਿਹੜੇ ਉਹਨਾਂ ਨਾਲ ਲੋਕੀ ਜ਼ਮੀਨ ਨਾਲ ਜੁੜੇ ਹੋਏ ਲੋਕੀ ਜਿਹੜੇ ਉਹਨਾਂ ਨਾਲ ਜੁੜੇ ਆ, ਉਹਨਾਂ ਲਈ ਕੋਈ ਆਰਥਿਕ ਪੈਕੇਜ ਐਲਾਨ ਕਰੇ। ਆਰਥਿਕ ਪੈਕੇਜ ਜੇ ਨਹੀਂ ਐਲਾਨ ਕਰ ਸਕਦੇ ਤਾਂ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਵੇ। ਆਹ ਜਿਹੜੇ ਦਿਨ ਚੱਲਦੇ ਭਾਜੀ, ਰਾਜੇ ਹੁੰਦੇ ਇਹਨਾਂ ਦਿਨਾਂ 'ਚ ਆਰਟਿਸਟ ਬੰਦੇ, ਔਰ ਇਹਨਾਂ ਦਿਨਾਂ 'ਚ ਜਿਹੜਾ ਕੰਮ ਬੰਦ ਹੋਇਆ ਨਾ, ਉਹ ਕੰਮ ਖੋਲ੍ਹ ਦੇਵੇ ਸਰਕਾਰ, ਜਾਂ ਕੋਈ ਆਰਥਿਕ ਪੈਕੇਜ ਐਲਾਨ ਕਰੇ। ਬਸ ਸਾਡੀ ਇਹ ਮੰਗ ਆ। ਸਾਨੂੰ ਉਹ ਮੰਗਣਾ ਸਾਨੂੰ ਨਹੀਂ ਚਾਹੀਦਾ। ਆਟਾ ਦਾਲ ਰਾਸ਼ਨ ਸਕੀਮਾਂ ਸਾਡੀਆਂ ਭਾਵੇਂ ਬੰਦ ਕਰ ਦਿਓ, ਸਾਨੂੰ ਸਾਡਾ ਕੰਮ ਦਿਓ ਜਾਂ ਕੋਈ ਆਰਥਿਕ ਪੈਕੇਜ ਦਿਓ।
ਬਿਲਕੁਲ ਜੀ। ਸੋ ਭਾਜੀ ਹੋਰ ਕੋਈ ਵਿਚਾਰ ਤੁਸੀਂ ਦੇਣਾ ਚਾਹੋ? ਕੀ ਕਹਿਣਾ ਚਾਹੁੰਦੇ ਆ ਜਿਸ ਤਰ੍ਹਾਂ ਭਾਜੀ ਨੇ ਇਹੀ ਮੰਗ ਕੀਤੀ ਆ, ਜਿਹੜਾ ਕੰਮਕਾਰ ਕਰੋਨਾ ਦੇ ਨਾਲ ਜਿਹੜਾ 뮤직 ਇੰਡਸਟਰੀ ਦਾ ਜਿਹੜਾ ਮੇਲੇ ਜਾਂ ਕਹਿ ਲਓ ਜਾਂ ਕੋਈ ਹੋਰ ਪ੍ਰੋਗਰਾਮ ਜਾਂ ਵਿਆਹਾਂ ਦੇ ਪ੍ਰੋਗਰਾਮ ਬੰਦ ਹੋ ਗਏ ਆ, ਉਹ ਕੰਮ ਜਿਹੜੇ ਬੰਦ ਹੋ ਗਏ ਉਹਨਾਂ ਨਾਲ ਤੁਸੀਂ ਪ੍ਰਭਾਵਿਤ ਹੋਏ ਆ, ਇਹ ਇਹਨਾਂ ਦਾ ਮੈਸੇਜ ਆ, ਔਰ ਤੁਹਾਡਾ ਕੀ ਕਹਿਣਾ? ਭਾਜੀ ਮੈਂ ਇੱਕ ਗੱਲ ਹੋਰ ਚੀਜ਼ ਕਹਿਣਾ ਚਾਹੁੰਦਾ, ਜਿੱਦਾਂ ਆਪਣੇ ਸਾਊਂਡ ਵਾਲੇ ਵੀਰ ਹੋ ਗਏ, ਮੇਲਿਆਂ 'ਚ ਉਹਨਾਂ ਦੇ ਸਾਊਂਡ ਲੱਗਦੇ ਸੀ, ਕਲਾਕਾਰਾਂ ਦੀ ਆਵਾਜ਼ ਉਹਨਾਂ ਦੇ ਰਾਹੀਂ ਜਿਹੜੀ ਆ ਸਾਰੇ ਸਮਾਜ ਤੱਕ ਪਹੁੰਚਦੀ ਸੀ, ਉਹਨਾਂ ਦੇ ਭਾਜੀ ਕੰਮ ਬੰਦ ਹੋ ਗਏ। ਟੈਂਟ ਵਾਲੇ ਵੀਰਾਂ ਦੇ ਕੰਮ ਬੰਦ ਹੋ ਗਏ, ਵੀਡੀਓ ਵਾਲੇ ਵੀਰਾਂ ਦੇ ਕੰਮ ਬੰਦ ਹੋ ਗਏ। ਭਾਜੀ ਸਜਿੰਦੇ ਜਿਹੜੇ ਨਾਲ ਕੰਮ ਕਰਦੇ ਸੀ ਉਹ ਬੇਰੁਜ਼ਗਾਰ ਹੋ ਗਏ। ਐਂਕਰ ਸਾਡੇ ਭਰਾ ਜਿਹੜੇ ਸੀਗੇ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਸੀ, ਉਹ ਬੰਦ ਹੋ ਗਈ। ਮੈਂ ਕਹਿੰਦਾ ਭਾਜੀ ਸਰਕਾਰ ਇਹਨਾਂ ਚੀਜ਼ਾਂ ਤੋਂ ਬਾਹਰੀ ਨਹੀਂ ਹੈਗੀ, ਉਹਨਾਂ ਨੂੰ ਸਾਰੀ ਨੌਲੇਜ ਆ ਵੀ ਪੰਜਾਬ ਸਾਡਾ, ਅਸੀਂ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਹਾਂ, ਚਾਹੇ ਉਹ ਯੂਨੀਵਰਸਿਟੀ ਲੈਵਲ ਤੇ ਹੋਵੇ ਜਾਂ ਕੋਈ ਸਕੂਲ ਲੈਵਲ ਤੇ ਕਿਤੇ ਵੀ, ਜਾਂ ਈਵਨ ਦੈਨ ਅਸੀਂ ਵੀ ਭਾਜੀ ਮੇਲਿਆਂ 'ਚ ਸ਼ੁਰੂਆਤ ਜਿਹੜੀ ਆ ਕਿਸੇ ਧਾਰਮਿਕ ਚੀਜ਼ ਤੋਂ ਜਾਂ ਕੋਈ ਸੱਭਿਆਚਾਰਕ ਮੇਲਾ ਹੁੰਦਾ ਉੱਥੇ ਅਸੀਂ ਕੋਈ ਸੱਭਿਆਚਾਰਕ ਚੀਜ਼ ਤੋਂ ਅਸੀਂ ਆਪਣੀ ਜਿਹੜੀ ਪੇਸ਼ਕਾਰੀ ਕਰਦੇ ਹਾਂ। ਪਰ ਜੇ ਭਾਜੀ ਸਾਡੀ ਸੱਭਿਆਚਾਰਕ ਜਿਹੜੀ ਪੇਸ਼ਕਾਰੀਆਂ ਕਰਦੇ ਆ ਜੇ ਉਹਨਾਂ ਨੂੰ ਹੀ ਭਾਜੀ ਅਣਗੌਲਿਆ ਜਾ ਰਿਹਾ ਆ, ਫਿਰ ਮੈਨੂੰ ਇਹ ਦੱਸੋ ਅਸੀਂ ਆਪਣੇ ਗਾਂ ਬੱਚਿਆਂ ਨੂੰ ਜਾਂ ਹੋਰ ਸਾਡੇ ਕੋਲ ਜਿਹੜੇ ਸਿੱਖਦੇ ਅਸੀਂ ਉਹਨਾਂ ਨੂੰ ਕਦੀ ਐਨਕਰੇਜ ਕਰਾਂਗੇ ਵੀ ਸੰਗੀਤ ਸਿੱਖੋ? ਨਹੀਂ ਬਿਲਕੁਲ ਨਹੀਂ। ਇਹ ਤਾਂ ਭਾਜੀ ਬੰਦ, ਇਹ ਤਾਂ ਪੂਰਾ ਸਮਝ ਲਓ ਵੀ ਬੰਦ ਕਰਨ ਵਾਲੀ ਗੱਲ ਆ। ਸਾਡਾ ਸੱਭਿਆਚਾਰ ਇੱਥੇ ਖਤਮ ਹੋ ਜਾਣਾ। ਮੈਂ ਸਾਰੇ ਭਰਾਵਾਂ ਨੂੰ ਇਹ ਗੱਲ ਕਹਿਣਾ ਆ, ਮੈਂ ਮਾਸਟਰ ਸਲੀਮ ਹੁਣਾਂ ਨੂੰ ਵੀ ਕਹਿਣਾ, ਅਸੀਂ ਉਹਨਾਂ ਨੂੰ ਸੁਰ ਦੇ ਜ਼ਰੀਏ ਜਾਣਦੇ ਆ, ਉਹਨਾਂ ਦੇ ਸੁਰ ਵੱਡੇ ਆ। ਸਰਦੂਲ ਸਾਹਿਬ ਜੀ ਆ ਉਹ ਸਾਡੇ ਰਿਸਪੈਕਟਡ ਆ ਬਹੁਤ ਜ਼ਿਆਦਾ। ਗੁਰਦਾਸ ਮਾਨ ਸਾਹਿਬ ਆ ਉਹ ਸਾਡੇ ਰਿਸਪੈਕਟਡ ਆ। ਅਸੀਂ ਉਹਨਾਂ ਨੂੰ ਸੁਰ ਦੇ ਜ਼ਰੀਏ ਉਹ ਨਿਗਾਹ ਨਾਲ ਦੇਖਦੇ, ਉਹਨਾਂ ਦੇ ਪੈਰੀਂ ਹੱਥ ਲਾਉਂਦੇ ਆ। ਪਰ ਇਹਨਾਂ ਚੀਜ਼ਾਂ ਤੋਂ ਹਟ ਕੇ ਇਨਸਾਨ ਵੱਡਾ ਹੋਣਾ ਜ਼ਰੂਰੀ ਆ ਭਾਜੀ। ਜੇ ਇਨਸਾਨੀਅਤ ਨਹੀਂ ਹੈਗੀ ਫਿਰ ਸੁਰਾਂ ਤੋਂ ਕਿਸੇ ਨੇ ਕੁਝ ਨਹੀਂ ਲੈਣਾ। ਠੀਕ ਹੈ ਨਾ? ਇਨਸਾਨ ਅੱਛੇ ਬਣੋ, ਸਾਡੇ ਲੋਕਾਂ ਦੀ ਬਾਂਹ ਫੜੋ। ਤੁਸੀਂ ਸਰਕਾਰ ਤੱਕ ਸਾਡਾ ਮੈਸੇਜ ਪਹੁੰਚਾ ਸਕਦੇ ਉੱਥੇ ਤੱਕ ਪਹੁੰਚਾਓ। ਸਾਡੇ ਬੰਦੇ ਤੋਂ ਪਹਿਲਾਂ ਕਿ ਸੁਸਾਈਡ ਲੈਵਲ ਤੇ ਵੀ ਉਤਰਨ ਭਾਜੀ, ਸਾਨੂੰ ਗਰਾਊਂਡ ਲੈਵਲ ਤੇ ਕੰਡੀਸ਼ਨਾਂ ਪਤਾ ਆ ਸਾਡੇ ਭਰਾਵਾਂ ਦੀਆਂ ਕੀ ਆ। ਜੇ ਮਹੀਨਾ 2 ਮਹੀਨੇ ਹੋਰ ਨਿਕਲ ਗਏ ਤਾਂ ਆਹੀ ਕੰਮ ਹੋਣੇ ਭਾਜੀ। ਫਿਰ ਉਹ ਗੱਲਾਂ ਨੂੰ ਕਿੱਦਾਂ ਰੋਕੂਗੇ? ਉਹਦੇ ਨਾਲੋਂ ਪਹਿਲਾਂ ਜਿਹੜਾ ਹੁਣ ਸਮਾਂ ਸਾਡੇ ਹੱਥ ਆ ਉਹਨੂੰ ਸਾਂਭਣ ਦੀ ਲੋੜ ਆ ਭਾਜੀ, ਸਾਂਭਣਾ ਚਾਹੀਦਾ ਆ। ਸੋ ਇੱਕ ਤੁਹਾਡਾ ਵੱਡਾ ਸਵਾਲ ਜਿਹੜਾ ਇੱਕ ਐਲੀਗੇਸ਼ਨ ਸਾਡੇ ਜਿਹੜੇ ਵੱਡੇ ਧਨਾਂਤਰ ਸਿੰਗਰਾਂ ਦੇ ਉੱਤੇ ਇਹੀ ਆ ਵੀ ਉਹ ਤੁਹਾਡੀ ਆਵਾਜ਼ ਚੱਕ ਹੀ ਨਹੀਂ ਰਹੇ, ਚਾਹੇ ਉਹ ਗੁਰਦਾਸ ਮਾਨ ਸਾਹਿਬ ਹੋਵੇ। ਉਹ 10-10 ਲੱਖ ਰੁਪਇਆ ਲੈ ਕੇ ਕਹਿ ਰਹੇ ਆ ਵੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ। ਠੀਕ ਹੈ ਜੀ, ਦੇਖੋ ਕਿੱਡੀ ਵੱਡੀ ਗੱਲ ਹੈ। 10 ਲੱਖ ਰੁਪਇਆ ਲੈ ਕੇ ਸਾਨੂੰ ਤਾਂ 10 ਲੱਖ ਰੁਪਇਆ, ਸਾਨੂੰ 5 ਲੱਖ ਦੇਣ, ਅਸੀਂ ਕਰਾਂਗੇ ਆਪਣੇ ਭਰਾਵਾਂ ਦੀ ਸੇਵਾ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਜਿਹੜੇ ਬੰਦੇ ਆ ਨਾ ਉਹ ਆ ਜਿਹੜੇ ਬੰਦੇ ਭਾਜੀ ਰੋਟੀ ਤੋਂ ਭੁੱਖੇ ਬੈਠੇ ਆ। ਠੀਕ ਹੈ, ਪਹਿਲਾਂ ਆਵਾਜ਼ ਆ ਰਿਹਾ, ਆਪਾਂ ਉਹਨਾਂ ਦੀ ਲੋੜ ਪੂਰੀ ਕਰਾਂਗੇ ਭਾਜੀ। ਉਹ 10 ਲੱਖ ਰੁਪਇਆ ਲੈਂਦੇ ਭਾਜੀ ਉਹ, ਤੇ ਪੰਜਾਬੀ ਇੰਡਸਟਰੀ ਦੀ ਸੇਵਾ ਕਰਦੇ ਆ ਜੀ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿੱਥੇ ਗਈ ਉਹ ਮਾਂ ਬੋਲੀ ਦੀ ਸੇਵਾ। 10 ਲੱਖ ਰੁਪਇਆ ਭਾਈ ਕੋ ਥੋੜਾ ਨਹੀਂ ਹੁੰਦਾ। ਠੀਕ ਹੈ, ਕੋਈ ਨਹੀਂ ਪੁੱਛਦਾ ਭਾਜੀ। ਸਾਰੇ ਬਸ ਇੱਕ ਨਾਮ ਬਾਰਿਆ ਜੀ, ਜਿਹੜਾ ਨਾਮ ਬਣ ਗਿਆ ਉਹ 10-10 ਲੱਖ ਰੁਪਇਆ 5-5 ਲੱਖ ਰੁਪਇਆ ਲੈਂਦੇ ਆ, ਲੈ ਕੇ ਆਪਣੇ ਘਰੇ ਬਹਿ ਜਾਂਦੇ ਆ। ਮਜੀਸ਼ੀਅਨ ਤਾਂ ਭਾਈ 1000 ਰੁਪਇਆ 1500 2000 ਰੁਪਇਆ ਲੈਣ ਵਾਲੇ ਆ। ਠੀਕ ਆ, ਉਹਨਾਂ ਨੂੰ ਲੋੜ ਆ ਭਾਜੀ। ਠੀਕ ਆ, ਲੋੜ ਆ ਉਹਨਾਂ ਨੂੰ ਤਾਂ ਕੁਝ ਮਿਲਦਾ ਹੀ ਨਹੀਂ ਭਾਜੀ। ਉਹ ਜਿਹੜੇ ਬੰਦੇ ਅਪਰੋਚ ਵੀ ਸਰਕਾਰਾਂ ਕਰਦੀਆਂ ਵੱਡੇ ਕਲਾਕਾਰਾਂ ਵੱਲ ਨੂੰ, ਉਹ ਤਾਂ ਕਹਿੰਦੇ ਬਸ ਢੱਡੇ ਸਾਨੂੰ ਲੱਗਾ ਆ, ਬਾਕੀਆਂ ਨੂੰ ਤਾਂ ਲੱਗਾ ਹੀ ਨਹੀਂ। ਬਸ ਰੋਟੀ ਅਸੀਂ ਖਾਂਦੇ ਆ, ਮਜੀਸ਼ੀਅਨ ਨਹੀਂ ਖਾਂਦੇ ਰੋਟੀ ਭਾਜੀ। ਜਿਹੜੇ ਸਾਡੇ ਵਰਗੇ ਛੋਟੇ ਕਲਾਕਾਰ ਉਹ ਰੋਟੀ ਨਹੀਂ ਖਾਂਦੇ ਭਾਜੀ, ਉਹ ਇਕੱਲੇ ਰੋਟੀ ਖਾਂਦੇ ਆ। ਉਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਲੋੜ ਆ, ਸਾਨੂੰ ਨਹੀਂ ਕਿਸੇ ਚੀਜ਼ ਦੀ ਲੋੜ, ਹੈ ਨਾ। ਤੇ ਗੌਰਮੈਂਟ ਜਿਹੜੀ ਪੰਜਾਬ ਗੌਰਮੈਂਟ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿੰਨੇ ਭਾਜੀ ਟੈਂਟ ਵਾਲੇ ਹੋ ਗਏ, ਡੀਜੇ ਵਾਲੇ ਹੋ ਗਏ, ਸਾਊਂਡ ਵਾਲੇ ਹੋ ਗਏ, ਬਾਜੇ ਵਾਲੇ ਹੋ ਗਏ। ਠੀਕ ਹੈ, ਕਿੰਨੇ ਬੰਦੇ ਭਾਜੀ ਜਾਣੀ ਕਿੰਨੇ ਗਾ ਉਹ ਜਿਹੜੇ ਵਿਚਾਰੇ ਉਹ ਢੱਡ ਸਨਗੀ ਲੈ ਕੇ ਬੱਸਾਂ ਵਿੱਚ ਮੰਗਦੇ ਆ, ਉਹ ਵੀ ਸਾਡੇ ਵਿੱਚ ਹੀ ਆਉਂਦੇ ਆ ਭਾਜੀ। ਉਹਨਾਂ ਦੀ ਵੀ ਲੋੜਾਂ ਪੂਰੀਆਂ ਕੀਤੀਆਂ ਜਾਣ, ਹੈ ਨਾ। ਤੇ ਜੇ ਆਪਾਂ ਪੰਜਾਬੀ ਇੰਡਸਟਰੀ ਸੇਵਾ ਕਰਨੀ ਆ ਨਾ ਭਾਜੀ, ਜਿਹੜੇ ਬੰਦੇ ਮੰਗਦੇ ਫਿਰਦੇ ਵਿਚਾਰੇ, ਉਹਨਾਂ ਨੂੰ ਕੋਈ ਪੈਨਸ਼ਨ ਵਗੈਰਾ ਲੱਗੇ ਜਾਂ ਕੁਝ ਲੱਗੇ, ਉਹਨਾਂ ਨੂੰ ਮਹੀਨੇ ਮੰਥਲੀ ਕੋਈ ਉਹਨਾਂ ਨੂੰ ਇਨਕਮ ਲੱਗੇ, ਹੈ ਨਾ ਭਾਜੀ, ਉਹਨਾਂ ਨੂੰ ਵੀ, ਹੈ ਨਾ। ਉਹ ਹੁੰਦੀ ਸੇਵਾ ਭਾਜੀ। ਇਹ ਨਹੀਂ ਸੇਵਾ ਹੋਈ ਵੀ 10 ਲੱਖ ਰੁਪਇਆ ਲੈ ਲਿਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਤੀ। ਇਹ ਕਿਹੜੀ ਸੇਵਾ ਹੋਈ ਭਾਜੀ? ਸੋ ਬੜੀਆਂ ਮਹਿੰਗੀਆਂ ਗੱਲਾਂ ਤੁਸੀਂ ਕੀਤੀਆਂ, ਜਿਹੜਾ ਤੁਹਾਡੇ ਭਾਈਚਾਰੇ ਨਾਲ ਕਾਫੀ ਵੱਡਾ ਵਿਤਕਰਾ ਕਹਿ ਸਕਦੇ ਆ ਇੱਕ ਹੋ ਰਿਹਾ ਆ। ਔਰ ਅਮੀਰ ਜਿਹੜੇ ਲੋਕ ਆ, ਕਲਾਕਾਰ ਆ, ਤੁਹਾਡੀ ਬਾਂਹ ਫੜਨ ਲਈ ਤਿਆਰ ਨਹੀਂ। ਸੋ ਸਰਕਾਰ ਨੂੰ ਇਹੀ ਅਪੀਲ ਆ, ਮਾਣਯੋਗ ਕੈਪਟਨ ਅਮਰਿੰਦਰ ਸਿੰਘ ਨੂੰ, ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਤੱਕ ਮੇਰੀ ਅਪੀਲ ਜਿਹੜੀ ਜੇ ਪਹੁੰਚਦੀ ਤਾਂ ਬੜੀ ਚੰਗੀ ਗੱਲ ਆ। ਉਹਨਾਂ ਦੇ ਧਿਆਨ ਵਿੱਚ ਇਹ ਗੱਲ ਆਉਣੀ ਚਾਹੀਦੀ ਆ, ਸੰਗੀਤ ਜਗਤ ਨਾਲ ਜੁੜਿਆ ਭਾਈਚਾਰਾ ਜਿਹੜਾ ਆ ਉਹ ਇਸ ਵਕਤ ਬੜੇ ਹੀ ਮੰਦੀ ਦੇ ਦੌਰ ਦੇ ਵਿੱਚ ਗੁਜ਼ਰ ਰਿਹਾ ਆ। ਕਿਤੇ ਨਾ ਕਿਤੇ ਫਰੰਟ ਤੇ ਆ ਕੇ ਜਿਹੜੀ ਇਹਨਾਂ ਦੀ ਬਾਂਹ ਫੜਨ ਦੀ ਲੋੜ ਆ, ਇਹਨਾਂ ਦੇ ਕੰਮਾਂ ਕਾਰਾਂ ਨੂੰ ਖੋਲ੍ਹਣ ਦੀ ਲੋੜ ਆ। ਸੋ ਥੈਂਕ ਯੂ ਦੋਸਤੋ, ਅਗਲੀ ਅਪਡੇਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ।